ਸਟੈਪ ਨੰਬਰ 1 ਹੈ। ਜਦੋਂ ਵੀ ਕੋਈ ਇਨਕੁਆਇਰੀ ਆਉਂਦੀ ਹੈ ਇੱਧਰ ਫੋਨ ਚੱਕਿਆ ਜਾਂਦਾ ਹੈ, ਹੈਲੋ ਤੁਹਾਨੂੰ ਕਦੋਂ ਕੇਕ ਚਾਹੀਦਾ, ਕਿੱਥੇ ਕੇਕ ਚਾਹੀਦਾ, ਸਾਰੀ ਇਨਕੁਆਇਰੀਜ਼ ਇੱਥੇ ਡੀਲ ਹੁੰਦੀਆਂ। ਸਟੈਪ ਨੰਬਰ 2 ਇੱਥੇ ਜਦੋਂ ਵੀ ਜਿਵੇਂ ਆਰਡਰ ਆ ਗਿਆ ਉਧਰੋਂ ਇਸ ਕਮਰੇ 'ਚ ਆਏਗਾ। ਇਹ ਸਟੈਪ ਨੰਬਰ 3 ਹੈ, ਜਿੱਦਾਂ ਤੁਸੀਂ ਦੇਖ ਸਕਦੇ ਹੋ ਡੈਕੋਰੇਸ਼ਨ ਰੂਮ ਹੈ। ਇਹ ਸਾਡਾ ਸਟੈਪ ਨੰਬਰ 4 ਹੈ, ਦਿਸ ਇਜ਼ ਕ੍ਰੀਮਿੰਗ ਰੂਮ। ਸਟੈਪ ਨੰਬਰ 5 ਇੱਥੇ ਅਸੈਂਬਲੀ ਹੁੰਦੀ ਹੈ ਕੇਕਸ ਦੀ, ਜਿਵੇਂ ਤੁਸੀਂ ਦੇਖ ਰਹੇ ਹੋ ਨਾ। ਇਹ ਵਾਲਾ ਸਟੈਪ ਨੰਬਰ 6 ਹੈ ਸਾਡਾ, ਜਿੱਥੇ ਕੇਕਸ ਅਸੈਂਬਲ ਹੋਣ ਤੋਂ ਬਾਅਦ ਉਹਦੀ ਫੋਟੋਗ੍ਰਾਫੀ ਹੁੰਦੀ ਹੈ। ਤੇ ਸਾਡਾ ਵੈਰੀ ਲਾਸਟ ਸਟੈਪ ਜਿਹੜਾ ਤੁਹਾਨੂੰ ਤੰਗ ਕਰ ਰਿਹਾ ਸੀ ਕਿਹੜਾ ਹੈ, ਉਹ ਹੈ ਡਿਲੀਵਰੀ। ਵਕਤ ਹਮੇਸ਼ਾ ਤੁਹਾਡਾ ਹੈ, ਚਾਹੇ ਸੋ ਕੇ ਗਵਾ ਲਵੋ ਚਾਹੇ ਮਿਹਨਤ ਕਰਕੇ ਕਮਾ ਲਓ। ਮਿਹਨਤ ਦੀ ਬਹੁਤ ਹੀ ਸੋਹਣੀ ਐਗਜ਼ਾਮਪਲ ਦਿੰਦੀ ਹੈ ਨਵਨੀਤ ਤੇ ਮਨਪ੍ਰਿਆ। ਵੈਲਕਮ ਟੂ ਔਨ ਏਅਰ। ਥੈਂਕ ਯੂ ਸੋ ਮਚ। ਸਭ ਤੋਂ ਪਹਿਲੇ ਮਨਪ੍ਰਿਆ ਆਪਣੇ ਬਾਰੇ ਕੁਝ ਦੱਸੋ। ਬੜਾ ਮੁਸ਼ਕਿਲ ਹੈ ਆਪਣੇ ਬਾਰੇ ਦੱਸਣਾ, ਮੈਨੂੰ ਲੱਗਦਾ ਆਪਣੀਆਂ ਹੀ ਗੱਲਾਂ ਕਰੀ ਜਾਂਦੇ ਹਾਂ ਜੇ ਤਾਰੀਫਾਂ ਹੋ ਰਹੀਆਂ ਹੈ। ਕਿੱਦਾਂ ਸਟਾਰਟਅਪ ਕੀਤਾ? ਮੈਂ ਫਿਲਮ ਮੇਕਿੰਗ ਕਰ ਰਹੀ ਸੀ, 6-7 ਸਾਲ ਮੈਂ ਫਿਲਮ ਮੇਕਿੰਗ ਕੀਤੀ। ਕਾਲਜ ਤੋਂ ਹੀ ਸ਼ੁਰੂ ਕਰਤਾ ਸੀ, ਮੈਂ ਬਾਹਰ ਕਰ ਰਹੀ ਸੀ। ਫਿਰ ਟਾਈਮ ਆ ਗਿਆ, ਬਾਹਰ ਐਜੂਕੇਸ਼ਨ ਖਤਮ ਹੋ ਗਈ। ਫਿਰ ਮੈਨੂੰ ਲੱਗਿਆ ਕਿ ਹੁਣ ਮੈਨੂੰ ਬੰਬੇ ਜਾਣਾ ਪਏਗਾ। ਇਹ ਬਹੁਤ ਮੁਸ਼ਕਿਲ ਹੈ ਬੰਬੇ ਜਾ ਕੇ ਸਰਵਾਈਵ ਕਰਨਾ, ਔਰ ਸਪੈਸ਼ਲੀ ਪੰਜਾਬੀਆਂ ਲਈ ਜਿਹੜੇ ਮਤਲਬ ਲਾਈਫ ਸਟਾਈਲ ਹੀ ਸਾਡਾ ਬਹੁਤ ਫੈਲਿਆ ਹੁੰਦਾ ਹਰ ਵੇਲੇ। ਅਤੇ ਮੈਂ ਕਿਹਾ ਕਿ ਬੰਬੇ ਜਾਣਾ ਬੜਾ ਮੁਸ਼ਕਿਲ ਹੋ ਜਾਏਗਾ। ਅਤੇ ਮੈਨੂੰ ਸੀ ਕਿ ਮੈਂ ਨਾ ਪੈਰਲਲ ਸਿਨੇਮਾ ਬਣਾਉਣਾ ਸੀ, ਠੀਕ ਹੈ। ਅਤੇ ਮੈਂ ਉਹੋ ਜਿਹੀਆਂ ਫਿਲਮਾਂ ਬਣਾਉਣ ਲਈ ਮੈਨੂੰ ਪੈਸੇ ਚਾਹੀਦੇ ਸੀਗੇ। ਪੈਸੇ ਹੁਣ ਮੈਨੂੰ ਸੀਗਾ ਕਿ ਮੰਮੀ ਮੇਰੇ ਮੇਕਅਪ ਆਰਟਿਸਟ ਸੀ, ਤਾਂ ਉਹਨਾਂ ਨੇ ਕਿਹਾ ਮੈਨੂੰ ਜੁਆਇਨ ਕਰ ਲੈ ਮੇਕਅਪ, ਮੈਂ ਸਿਖਾ ਦੂੰਗੀ ਤੈਨੂੰ, ਤੂੰ ਫਰੀਲਾਂਸਿੰਗ ਮੇਕਅਪ ਕਰ ਲਈ, ਜਦ ਟਾਈਮ ਮਿਲੇਗਾ ਫਿਲਮ ਬਣਾ ਲਈ। ਬੜੀ ਆਈਡੀਅਲ ਸਿਚੁਏਸ਼ਨ। ਹਾਂ ਬੜੀ ਆਈਡੀਅਲ ਜੀ ਸਿਚੁਏਸ਼ਨ। ਅਤੇ ਮੈਂ 2-4 ਦਿਨ ਆ ਗਈ ਮੈਂ ਵਾਪਸ, ਐਂਡ ਮੈਂ ਸਿੱਖਣਾ ਸ਼ੁਰੂ ਕੀਤਾ ਮੇਕਅਪ। ਉਨੀ ਦੇਰ 'ਚ ਮੇਰੇ ਪਾਪਾ ਬ੍ਰੈਡਸ ਬਣਾਉਣਾ ਸਿੱਖ ਕੇ ਆਏ ਸੀ। ਤਾਂ ਇੱਕ ਦਿਨ ਐਵੇਂ ਮੈਂ ਨਾਲ ਲੱਗ ਗਈ, ਬਸ ਫਿਰ ਮੇਕਅਪ ਪਿੱਛੇ ਰਹਿ ਗਿਆ ਤਾਂ ਬ੍ਰੈਡਸ ਬਣਾਉਣੀਆਂ ਸ਼ੁਰੂ ਹੋ ਗਈਆਂ। ਬ੍ਰੈਡਸ ਤੋਂ ਫਿਰ ਉਹ ਕੇਕਸ ਹੋ ਗਿਆ, ਕੇਕਸ ਤੋਂ ਫਿਰ ਡਿਜ਼ਾਈਨਰ ਕੇਕਸ ਹੋ ਗਿਆ। ਫਿਰ ਅਸੀਂ ਵੱਡਾ ਸ਼ੇਰ ਵਾਲਾ ਕੇਕ ਬਣਾਇਆ ਐਂਡ ਆਲ ਆਫ ਦੈਟ। ਫਿਰ ਐਗਜ਼ੀਬਿਸ਼ਨਸ ਲਗਾਉਣੀਆਂ ਸ਼ੁਰੂ ਕੀਤੀਆਂ ਹੌਲੀ ਹੌਲੀ। ਫਿਰ ਬਾਕੀ ਸਾਰੇ ਪਾਪਾ ਔਰ ਮੇਰਾ ਬ੍ਰਦਰ ਉਹ ਭੁੱਲ ਗਏ ਕੇਕਸ ਨੂੰ, ਮੈਂ ਔਰ ਨਵਨੀਤ ਕੇਕਸ ਕਰਨ ਲੱਗ ਗਏ। ਨਵਨੀਤ, ਮੈਂ ਤੁਹਾਡੇ ਤੋਂ ਜਾਣੂੰਗੀ ਤੁਸੀਂ ਮਨਪ੍ਰਿਆ ਦੇ ਨਾਲ ਕਿੱਦਾਂ ਜੁਆਇਨ ਕੀਤਾ? ਮੈਂ ਐਕਚੁਅਲੀ ਮੇਰੇ ਤਾਂ ਪ੍ਰੋਗਰਾਮ ਡਿਫਰੈਂਟ ਸੀਗਾ। ਮੈਂ ਤਾਂ ਜਾਣਾ ਸੀਗਾ ਲਾਈਕ ਐਨੀ ਅਦਰ ਪੰਜਾਬੀ, ਮੈਂ ਕੈਨੇਡਾ ਜਾਣਾ ਸੀਗਾ। ਅਤੇ ਅਚਾਨਕ ਤੋਂ ਬਿਲਕੁਲ ਆਈ ਥਿੰਕ ਕੈਨੇਡਾ ਦਾ ਭੂਤ ਇਸ ਲਈ ਵੀ ਸਵਾਰ ਸੀਗਾ ਕਿ ਕੁਛ ਨਵੀਂ ਚੀਜ਼ ਐਕਸਪੀਰੀਅੰਸ ਕਰਾਂਗੇ ਅਸੀਂ, ਇਸ ਲਈ ਚੱਲ ਜਾਂਦੇ ਹੈ, ਫਰੀਡਮ ਐਕਸਪਲੋਰ ਕਰ ਲਾਂਗੇ। ਅਤੇ ਬਟ ਮਨਪ੍ਰਿਆ ਨੇ ਇੱਥੇ ਕੇਕ ਸ਼ੁਰੂ ਕੀਤਾ ਅਤੇ ਮੈਂ ਬੜੀ ਇੰਟਰੀਗਡ ਸੀਗੀ। ਮੈਂ ਕਿਹਾ ਚਲੋ ਕਰਕੇ ਦੇਖਦੇ ਹਾਂ, ਹੈਲਪ ਆਊਟ ਕਰਦੇ ਹਾਂ। ਅਤੇ ਮਨਪ੍ਰਿਆ ਉਸ ਟਾਈਮ ਕੈਫੇ ਵੀ ਰਨ ਕਰ ਰਹੀ ਸੀਗੀ ਅਤੇ ਇਹਨੇ ਮੈਨੂੰ ਕਿਹਾ ਸੀਗਾ ਕਿ ਮੇਰੀ ਹੈਲਪ ਕਰਾ ਦੇ। ਪਤਾ ਨਹੀਂ ਉਹਦਾ ਉਸ ਦਿਨ ਦੀ ਗੱਲ ਹੈ ਅਤੇ ਹੁਣ ਦੀ ਗੱਲ ਹੈ, ਪਤਾ ਨਹੀਂ ਮੈਂ ਕਿਵੇਂ ਕੇਕ ਵਿੱਚ ਲਿਪਟ ਗਈ, ਮੇਰਾ ਕੈਨੇਡਾ ਦਾ ਕੈਂਸਲ ਹੋ ਗਿਆ। ਮੈਂ ਕਿਹਾ ਮੈਂ ਤਾਂ ਇੱਥੇ ਹੀ ਰਹਿਣਾ। ਓਕੇ, ਤੁਸੀਂ ਦੋਨੋਂ ਬਹੁਤ ਸੋਹਣਾ ਬਿਜ਼ਨਸ ਰਨ ਕਰ ਰਹੇ ਹੋ, ਅਤੇ ਸਿੱਖਿਆ ਕਿੱਥੋਂ? ਮਤਲਬ ਬਿਜ਼ਨਸ ਦਾ ਕੀ ਫਾਰਮੂਲਾ ਹੈ? ਸਿੱਖਿਆ ਤਾਂ ਹਾਲੇ ਵੀ ਸਿੱਖ ਹੀ ਰਹੇ ਹਾਂ। ਮੈਂ ਤੁਹਾਡੇ ਆਉਣ ਤੋਂ ਪਹਿਲਾਂ ਮਤਲਬ ਕਿਸੇ ਕੁੜੀ ਨੂੰ ਗਿਆਨ ਦੇ ਰਹੀ ਸੀ। ਮੈਂ ਕਿਹਾ ਅਸੀਂ ਹਾਲੇ ਵੀ ਆਪਣੇ ਆਪ ਨੂੰ ਐਵੇਂ ਸੋਚਦੇ ਹਾਂ ਕਿ ਅਸੀਂ ਹਰ ਰੋਜ਼ ਸਿੱਖ ਰਹੇ ਹਾਂ ਕੰਮ ਨੂੰ। ਬਟ ਮੇਜਰ ਅਗਰ ਤੁਸੀਂ ਗੱਲ ਕਰੋਗੇ ਕਿ ਅਸੀਂ ਕੇਕ ਬਣਾਉਣੇ ਕਿੱਥੋਂ ਸਿੱਖੇ, ਟੈਕਨੀਕਲ ਚੀਜ਼ਾਂ ਕਿੱਥੋਂ ਸਿੱਖੀਆਂ, ਤਾਂ ਲੋਟ ਆਫ ਇਟ ਮੇਰੇ ਪਾਪਾ ਕੁਛ ਥੋੜ੍ਹਾ ਬਹੁਤਾ ਸਿੱਖ ਕੇ ਆਏ ਸੀ। ਫਿਰ ਅਸੀਂ ਕਿਆ ਕੀਤਾ, ਅਸੀਂ ਕਿਹਾ ਕਿ ਯੂਟਿਊਬ ਦਾ ਸਹਾਰਾ ਲਿੱਤਾ। ਯੂਟਿਊਬ ਦਾ ਸਹਾਰਾ ਲੈਣ ਤੋਂ ਬਾਅਦ ਫਿਰ ਦੇਖਿਆ, ਬਣਾ ਕੇ ਚੀਜ਼ਾਂ ਦੇਖੀਆਂ, ਪ੍ਰੋਬਲਮਸ ਆਈਆਂ, ਪ੍ਰੋਬਲਮਸ ਦਾ ਸਲਿਊਸ਼ਨ ਲੱਭਿਆ। ਔਰ ਇਹ ਹੁਣ ਕੋਵਿਡ ਦੇ ਵਿੱਚ ਆ ਕੇ ਮੈਂ ਪਹਿਲੀ ਵਾਰ, ਤੁਸੀਂ ਮੰਨੋਗੇ ਕਿ ਮੈਂ ਪਹਿਲੀ ਵਾਰ ਕਲਾਸਿਸ ਲਿੱਤੀਆਂ ਨੇ, ਔਨਲਾਈਨ ਕਲਾਸਿਸ। ਹਾਂ, ਪਹਿਲੀ ਵਾਰ ਮੈਂ ਟੈਕਨੀਕਲੀ ਦੇਖਿਆ ਕਿ ਅੱਛਾ ਇਹ ਚੀਜ਼ 'ਚ
ਇਸ ਲਈ ਇਹ ਚੀਜ਼ ਪਾਈ ਜਾਂਦੀ ਹੈ। ਪਹਿਲਾਂ ਸਿਰਫ ਪੜ੍ਹਿਆ ਸੀ, YouTube ਤੋਂ ਦੇਖਿਆ ਸੀ, ਕਰ ਕਰਕੇ ਸਿੱਖਿਆ ਸੀ। ਤੇ ਬੈਡ ਰਿਵਿਊਜ਼ ਤੋਂ ਸਹੀ ਰਿਵਿਊਜ਼ ਕਰ ਕਰਕੇ ਨਵੀਂ ਚੀਜ਼ਾਂ ਡਿਵੈਲਪ ਕੀਤੀ ਸੀਗੀਆਂ। ਮਤਲਬ ਕਮੈਂਟਸ ਪੜ੍ਹਦੇ ਸੀਗੇ ਜਾਂ ਰਿਵਿਊਜ਼ ਜਦੋਂ ਆਣਾ, ਕਿਸੇ ਕਸਟਮਰ ਨੂੰ ਕੇਕ ਨਹੀਂ ਪਸੰਦ ਆਣਾ ਤੇ ਕੀ ਰਿਐਕਸ਼ਨ ਹੋਣਾ ਤੁਹਾਡੇ ਦੋਨਾਂ ਦਾ? ਕਿਸੇ ਕਸਟਮਰ ਦਾ ਜਿਵੇਂ ਆਇਆ ਸੀ, ਇਹ ਤਾਂ 3 ਸਾਲ ਪੁਰਾਣੀ ਗੱਲ ਹੈ, ਕਿ ਬਹੁਤ ਮਿੱਠਾ ਹੈ ਕੇਕ। ਫਿਰ ਅਸੀਂ ਦੇਖਿਆ ਕਿ ਕਿਵੇਂ ਘਟਾ ਸਕੀਏ, 4 ਜਗ੍ਹਾ ਹੱਥ ਮਾਰੇ, ਪੈਰ ਮਾਰੇ, ਫਿਰ ਘਟਾਤਾ। ਫਿਰ ਉਹ ਤੋਂ ਬਾਅਦ ਕਈ ਲੋਕਾਂ ਨੇ ਕਿਹਾ ਕਿ ਸਪੰਜ ਹੀ ਘੱਟ ਹੈ, 에ਅਰ ਹੀ ਘੱਟ ਹੈ। ਫਿਰ ਦੇਖਿਆ ਕਿ ਕੇਕ ਨੂੰ ਕਿਵੇਂ ਘੱਟ ਡੈਂਸ ਕੀਤਾ ਜਾਵੇ। ਤਾਂ ਅਸੀਂ ਹਮੇਸ਼ਾ ਫੀਡਬੈਕ, ਦਿਲ 'ਤੇ ਤਾਂ ਲੱਗਦੀ ਹੈ ਫੀਡਬੈਕ ਜਦ ਬੁਰਾ ਆਉਂਦਾ ਹੈ, ਬਟ ਅਸੀਂ ਇੱਕ ਸਟੈਪ ਪਿੱਛੇ ਲੈ ਕੇ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਵੇਂ ਕਿਵੇਂ ਇੰਪਰੂਵ ਕਰ ਰਹੀ ਹੈ, ਤਾਂ ਕਿ ਇਹ ਫੀਡਬੈਕ ਫਿਰ 'ਤੇ ਨਾ ਆ ਸਕੇ। ਐਵੇਂ ਹੀ ਇੰਪਰੂਵ ਕਰਦੇ ਰਹੇ। ਐਵੇਂ ਹੁੰਦਾ ਕਿ ਡਿਜ਼ਾਈਨਰ ਕੇਕ ਜਿਹੜੇ ਤੁਸੀਂ ਖਾਂਦੇ ਹੋ ਨਾ, ਮਤਲਬ ਲੈਂਦੇ ਹੋ ਬਾਹਰੋਂ ਜਾ ਕੇ, ਤਾਂ ਯੂਜੂਲੀ ਮਾਰਕੀਟ 'ਚ ਇਹੀ ਨੋਸ਼ਨ ਸੀਗੀ ਕਿ ਡਿਜ਼ਾਈਨਰ ਕੇਕ ਇੱਕ ਤਾਂ ਮਿੱਠਾ ਹੁੰਦਾ ਹੈ, ਇੱਕ ਹਾਰਡ ਹੁੰਦਾ ਹੈ, ਇੰਨਾ ਸਵਾਦ ਨਹੀਂ ਹੁੰਦਾ। ਜਿਹੜੇ ਕਰੀਮ ਵਾਲੇ ਕੇਕ ਹੁੰਦੇ ਨੇ ਉਹ ਜ਼ਿਆਦਾ ਸਵਾਦ ਹੁੰਦੇ ਨੇ। ਤੇ ਫੌਂਡੈਂਟ ਹੁੰਦਾ ਹੈ, ਤਾਂ ਫੌਂਡੈਂਟ ਵੀ ਹੁੰਦਾ ਹੈ ਕਿ ਫੌਂਡੈਂਟ ਦੇ ਬਿਨਾਂ ਡਿਜ਼ਾਈਨਰ ਕੇਕ ਹੁੰਦਾ ਹੀ ਨਹੀਂ ਹੈ। ਤੇ ਸਾਨੂੰ ਸੀਗਾ ਉਹ ਬ੍ਰੇਕ ਕਿਵੇਂ ਕਰੀਏ ਅਸੀਂ ਨੋਸ਼ਨ, ਅਸੀਂ ਇਹ ਬਟਰ ਕਰੀਮ ਕੇਕਸ ਦੇਵਾਂਗੇ ਤੁਹਾਨੂੰ, ਡਿਜ਼ਾਈਨਰ ਉਹ ਵੀ ਸੌਫਟ ਰੱਖਾਂਗੇ। ਸੌਫਟ ਕਿਵੇਂ ਕਰਨਾ, ਉਹਨਾਂ ਨੂੰ ਏਅਰੀ ਕਿਵੇਂ ਕਰਨਾ, ਉਹਨਾਂ ਨੂੰ ਇੱਕ ਵਿਪਡ ਕਰੀਮ ਕੇਕ ਦੇ ਨੇੜੇ ਕਿਵੇਂ ਲੈ ਕੇ ਜਾਣਾ ਡਿਜ਼ਾਈਨਰ ਹੁੰਦੇ ਦੇ ਬਾਵਜੂਦ। ਸੋ ਮਤਲਬ ਬਹੁਤ ਜ਼ਿਆਦਾ ਟਰਾਇਲ। ਮੈਨੂੰ ਯਾਦ ਹੈ ਬਟਰ ਕਰੀਮ ਦੀ ਰੈਸਿਪੀ ਮੈਂ 6 ਮਹੀਨੇ ਲੱਗੀ ਰਹੀ ਸੀ। ਮੈਨੂੰ ਹੁਣ ਕੋਈ ਪੁੱਛਦਾ ਹੈ ਨਾ, ਕਿ ਮੈਨੂੰ ਆਉਂਦੇ ਹੁੰਦੇ ਸਾਊਥ ਤੋਂ ਫੋਨ ਕੁਛ ਲੋਕਾਂ ਦੇ, ਕਿ ਮੈਨੂੰ ਦੱਸ ਦਿਓ ਤੁਸੀਂ ਕਰ ਰਹੇ ਹੋ ਕੇਕਸ ਬਣਾ ਰਹੇ ਹੋ, ਬਹੁਤ ਵਧੀਆ ਬਣਾ ਰਹੇ ਹੋ, ਕਿਵੇਂ ਕੀਤਾ, ਕਿਹੜੀ ਬਟਰ ਕਰੀਮ ਦੀ ਰੈਸਿਪੀ ਯੂਜ਼ ਕਰ ਰਹੇ ਹੋ। ਹੁਣ ਮੈਂ ਕਹਿੰਦੀ ਹੁੰਦੀ ਦੇਖੋ ਮੇਰਾ ਟ੍ਰੇਡ ਸੀਕਰੇਟ ਹੈ, ਮੈਂ ਤੁਹਾਨੂੰ ਬਟਰ ਕਰੀਮ ਦੀ ਰੈਸਿਪੀ ਨਹੀਂ ਦੱਸ ਸਕਦੀ, ਬਟ ਮੈਂ ਤੁਹਾਨੂੰ ਇਹ ਦੱਸ ਸਕਦੀ ਹਾਂ ਕਿ ਆਹ 4-5 ਇੰਗਰੀਡੀਐਂਟ ਲੈ ਲਓ, ਔਰ ਫਿਰ ਨੁਕਸਾਨ ਭੁੱਲ ਜਾਓ ਕਿ ਹੋਊਗਾ ਇਸ 'ਚ। ਕਰੀ ਜਾਓ ਬਸ, ਫਿਰ ਕਰੀ ਜਾਓ ਔਰ ਟੇਸਟ ਕਰੀ ਜਾਓ, ਕਰੀ ਜਾਓ ਔਰ ਟੇਸਟ ਕਰੀ ਜਾਓ। ਕਸਟਮਰਸ ਨੂੰ ਖਿਲਾਈ ਜਾਓ। ਜਦ ਵਧੀਆ ਰਿਵਿਊ ਆ ਗਿਆ ਕੰਟੀਨਿਊਸਲੀ, ਓਕੇ, ਆ ਚੀਜ਼ ਸੈੱਟ ਹੈ। ਤੁਹਾਨੂੰ ਮਤਲਬ ਕਿਚਨ 'ਚ ਕਦੀ ਵੈਸੇ ਗਏ ਹੋ? ਮੈਂ ਵੈਸੇ ਗਈ ਹਾਂ, ਪਾਣੀ ਲੈਣ ਤਾਂ ਜਾਣਾ ਹੀ ਪੈਂਦਾ ਬਟ ਮੈਨੂੰ ਬੇਕਿੰਗ ਬਿਲਕੁਲ ਮੈਨੂੰ ਨਹੀਂ ਪਸੰਦ। ਮੈਨੂੰ ਖਾਣਾ ਪਸੰਦ ਹੈ। ਮਤਲਬ ਜਦ ਕੇਕ ਜਦ ਬਣਦੇ ਤਾਂ ਟੇਸਟ ਤਾਂ ਮੈਨੂੰ ਹੀ ਕਰਨਾ ਪੈਂਦਾ ਨਾ, ਕੌਣ ਕਰੇਗਾ? ਆਫ ਕੋਰਸ ਕਰਨਾ ਪੈਂਦਾ ਹੈ। ਮਤਲਬ ਐਵੇਂ ਹੁੰਦਾ ਕਿ ਇੱਕ ਵਾਰ 'ਚ ਇੰਨਾ ਮਿੱਠਾ ਹੋ ਜਾਂਦਾ ਨਾ, ਤਦ ਹੁੰਦਾ ਕਿ ਨਹੀਂ, ਬਟ ਕਰਨਾ ਤਾਂ ਪੈਂਦਾ ਹੀ ਹੈ ਟੇਸਟ। ਅਤੇ ਜਿਵੇਂ ਮਨਪ੍ਰਿਆ ਬੋਲ ਰਹੀ ਸੀ ਕਿ ਕਿਚਨ 'ਚ ਧੱਕੇ ਨਾਲ ਵੜਦੇ ਹੈ, ਤਦ ਉਹ ਬ੍ਰੇਕ ਵੀ ਕਰਨਾ ਸੀਗਾ ਇਹਨੇ ਸਟਿਗਮਾ। ਅਤੇ ਸਾਡੇ ਪੰਜਾਬੀ ਕਲਚਰ 'ਚ ਇੰਨਾ ਜ਼ਿਆਦਾ ਹਾਇਰਾਰਕੀ ਹੈ ਨਾ ਕਿ ਇਹ ਕੰਮ ਵਧੀਆ, ਇਹ ਨਹੀਂ ਹੈ, ਉਹਨੂੰ ਤੋੜਨਾ ਵੀ। ਕੁੜੀਆਂ ਲਈ ਤੇ ਤੁਹਾਡੇ ਦੋਨਾਂ 'ਚੋਂ ਕੇਕ ਲਵਰ ਕੌਣ ਹੈ ਜ਼ਿਆਦਾ? ਮਤਲਬ ਕੇਕ ਕਿਹਨੂੰ ਜ਼ਿਆਦਾ ਪਸੰਦ ਹੈ, ਖਾਣੇ ਜਾਂ ਬਣਾਉਣੇ? ਦੋਨੋਂ। ਚਲੋ ਪਹਿਲੇ ਖਾਣੇ ਦੱਸ ਦਿਓ। ਆਈ ਥਿੰਕ ਮੈਨੂੰ ਤਾਂ ਕੇਕ ਬਿਲਕੁਲ ਨਹੀਂ ਪਸੰਦ ਸੀਗੇ। ਖਾਣੇ ਨਾ ਮੈਨੂੰ ਅੱਛੇ ਨਹੀਂ ਲੱਗਦੇ ਸੀ, ਕਿਉਂਕਿ ਆਈਡੀਆ ਮੈਨੂੰ ਹਮੇਸ਼ਾ ਹੀ ਸਿਖਾਇਆ ਕਿ ਕੇਕ ਕਿਹੜਾ ਹੁੰਦਾ, ਇੱਕ ਬਲੈਕ ਫੋਰੈਸਟ ਹੁੰਦਾ ਹੈ, ਇੱਕ ਪਾਈਨਐਪਲ ਹੁੰਦਾ। ਮੈਨੂੰ ਦੋਨੋਂ ਨਹੀਂ ਅੱਛੇ ਲੱਗਦੇ ਸੀਗੇ। ਉਹ ਮਿਕਸਡ ਫਰੂਟ, ਹਾਂ, ਕਿਉਂਕਿ ਮੂੰਹ 'ਚ ਕਰੀਮ ਬਹੁਤ ਆਉਂਦੀ ਸੀਗੀ ਅਤੇ ਮੈਨੂੰ ਕਰੀਮ ਅੱਛੀ ਨਹੀਂ ਲੱਗਦੀ ਸੀਗੀ। ਅਤੇ ਜਦ ਮੈਂ ਮਨਪ੍ਰਿਆ ਨੂੰ ਮਿਲੀ, ਇਹਨੇ ਦੱਸਿਆ ਕਿ ਅੱਛਾ ਇਹੋ ਜਿਹੇ ਵੀ ਕੇਕ ਹੁੰਦੇ ਆ। ਮੈਂ ਕਿਹਾ ਹੈ ਇਹ ਕੀ ਹੋ ਗਿਆ? ਮੈਂ ਆਈ ਹੈਵ ਬਿਨ ਲਿਵਿੰਗ ਅ ਲਾਈ। ਫਿਰ ਉਹ ਤੋਂ ਬਾਅਦ ਜੋ ਕੇਕ, ਹੁਣ ਜਿਸ ਵੀ ਸਿਟੀ 'ਚ ਜਾਂਦੇ ਹਨ ਅਸੀਂ, ਪੇਸਟਰੀ ਸ਼ਾਪਸ ਲੱਭਦੇ ਹਾਂ, ਉੱਧਰ ਸਾਰੇ ਕੇਕਸ ਖਾ ਕੇ ਆਉਂਦੇ ਹਾਂ। ਓਕੇ, ਅਤੇ ਬਣਾਉਣਾ ਓਬਵੀਅਸ ਆਈ ਥਿੰਕ ਇਹਨਾਂ ਨੂੰ ਪਸੰਦ ਹੋਏਗਾ। ਮੇਰੇ ਵੱਲੋਂ ਤਾਂ ਮੈਨੂੰ ਤਾਂ ਕੋਈ ਵੀ ਚੀਜ਼ ਬਣਾਉਣੀ ਨਾ, ਕ੍ਰੀਏਸ਼ਨ ਹੀ ਮੈਨੂੰ ਅੱਛੀ ਲੱਗਦੀ ਹੈ। ਚਾਹੇ ਉਹ ਫਿਲਮ ਬਣਾਉਣੀ ਸੀ, ਚਾਹੇ ਉਹ ਕੇਕਸ ਬਣਾਉਣੇ ਹੈ। ਸੋ ਮੈਨੂੰ ਕ੍ਰੀਏਟ ਕਰਨਾ ਬਹੁਤ ਅੱਛਾ ਲੱਗਦਾ, ਤਾਂ ਦੈਟ ਇਜ਼ ਵਾਈ ਸ਼ਾਇਦ ਮੈਂ ਕੇਕਸ, ਮੈਨੂੰ ਫਲੇਵਰਸ ਨੂੰ, ਜਦ ਸਾਡਾ ਕੈਫੇ ਵੀ ਸੀ ਤਦ ਮੈਨੂੰ ਹੁੰਦਾ ਸੀਗਾ ਕਿ ਫਲੇਵਰਸ ਨੂੰ ਕਿਵੇਂ ਮਿਕਸ ਐਂਡ ਮੈਚ ਕਰੀਏ। ਸੋ ਆਈ ਥਿੰਕ ਇਹ ਇਨਬੋਰਨ ਨਹੀਂ ਹੈ, ਤਾਂ ਜਿਹੜਾ ਆਪਣੇ ਆਪ ਹੀ ਹੋ ਜਾਂਦਾ, ਪਤਾ ਚੱਲ ਜਾਂਦਾ ਕਿ ਇਹਨੂੰ ਇਹਦੇ ਨਾਲ ਪੈਚ ਕਰੂੰਗੀ ਤਾਂ ਬਹੁਤ ਸਵਾਦ ਬਣੇਗੀ ਚੀਜ਼। ਓਕੇ, ਸੋਸ਼ਲ ਮੀਡੀਆ ਵੀ ਤੁਸੀਂ ਹੈਂਡਲ ਕਰਦੇ ਹੋ, ਤਾਂ ਕੇਕਸ ਦਾ ਮਤਲਬ ਬਣਾਉਣਾ, ਜੋ ਵੀ ਇਹਨਾਂ ਦੀ ਡਿਜ਼ਾਈਨਿੰਗ ਵਗੈਰਾ, ਉਹ ਤੁਸੀਂ ਦੇਖਦੇ ਹੋ? ਮੈਂ ਤਾਂ ਤੁਹਾਨੂੰ ਦੱਸਾਂ, ਸਿਰਫ ਇਸ ਟਾਈਮ 'ਤੇ ਅੱਜ ਦੀ ਡੇਟ ਦੇ ਵਿੱਚ ਮੈਂ ਕੇਕ ਦੀ ਸੋਸ਼ਲ ਮੀਡੀਆ ਮਾਰਕੀਟਿੰਗ ਔਰ ਐਕਸਪੈਂਸ਼ਨ ਕਿਵੇਂ ਕਰਨੀ ਇਹ ਦੇਖ ਰਹੀ ਹਾਂ। ਕੇਕ ਬਣਾਉਣਾ, ਕਰਨਾ, ਖਾਣਾ, ਟੇਸਟ ਕਰਨਾ, ਆਰਡਰ ਲੈਣਾ ਨਾ, ਇਹਦਾ ਵੀ ਕੋਈ ਕੰਮ ਨਹੀਂ, ਸਭ ਕੁੜੀਆਂ ਦਾ ਹੈ। ਇਟਸ ਆਲ ਦ ਗਰਲਸ। ਮਤਲਬ ਐਂਟਰਪ੍ਰੀਨਿਓਰੀਅਲ ਸਪਿਰਿਟ ਜਿਹੜੀ ਹੈ ਨਾ, ਉਹ ਕੁੜੀਆਂ ਦੇ ਵਿੱਚ ਤੁਸੀਂ ਹਰ ਕਮਰੇ 'ਚ ਜਾ ਕੇ ਦੇਖੋਗੇ, ਇੱਕ ਹਰ ਕਮਰਾ, ਜਿਹੜੇ ਸੈਕਸ਼ਨਸ ਦੇਖੇ ਹੈ, ਉਹ ਇੱਕ ਆਪਣੇ ਆਪ ਦੇ ਵਿੱਚ ਇੱਕ ਬਿਜ਼ਨਸ ਰਨ ਹੋ ਰਿਹਾ। ਬਿਲਕੁਲ, ਜੋ ਦੂਜੇ ਬਿਜ਼ਨਸ ਨੂੰ ਸਪੋਰਟ ਕਰਕੇ ਰੈਵਨਿਊ ਜਨਰੇਟ ਕਰ ਰਿਹਾ। ਮੈਨੂੰ ਕੁਝ ਨਹੀਂ ਦੇਖਣਾ ਪੈਂਦਾ। ਤੁਸੀਂ ਦੇਖ ਰਹੇ ਸੀਗੇ, ਹੁਣ ਮੈਂ ਸਿਰਫ 1-2 ਚੀਜ਼ਾਂ ਉਹਨਾਂ ਨੂੰ ਨੀਚੇ ਦੱਸੀਆਂ ਨੇ, ਬਟ ਮੈਂ ਅਗਰ ਨਹੀਂ ਵੀ ਆਉਂਦੀ ਯੂਨਿਟ ਦੇ ਵਿੱਚ, ਕਿਤੇ ਬਾਹਰ ਆ, ਤਾਂ ਫਿਰ ਵੀ ਯੂਨਿਟ ਆਪਣੇ ਆਪ ਕੁੜੀਆਂ ਚਲਾਉਂਦੀਆਂ ਨੇ। ਆਰਡਰ ਲੈਣ ਤੋਂ ਲੈ ਕੇ ਡਿਲੀਵਰ ਹੋਣ ਤੱਕ, ਸਟਾਕ ਪ੍ਰੋਕਿਓਰ ਹੋਣ ਤੋਂ ਲੈ ਕੇ ਬਣਾਉਣ ਤੋਂ ਲੈ ਕੇ ਸਭ ਕੁਛ ਇਹ ਕਰਦੀਆਂ ਨੇ। ਸਾਡਾ ਕੋਈ ਯੋਗਦਾਨ ਨਹੀਂ। ਹੁਣ ਸਾਡਾ ਯੋਗਦਾਨ ਹੈ ਕਿ ਨਾਓ ਇਸ ਯੂਨਿਟ ਨੂੰ ਅਸੀਂ ਇੰਨਾ ਵੱਡਾ ਕਿਵੇਂ ਕਰੀਏ ਕਿ ਅਸੀਂ ਹੋਰ ਲੋਕਾਂ ਨੂੰ ਇੰਪਲੋਏ ਕਰ ਸਕੀਏ।
ਕੋਵਿਡ ਹਿੱਟ ਹੋ ਗਿਆ, ਮੇਰਾ ਤਾਂ ਐਂਡ ਗੋਲ ਸੀਗਾ ਕਿ ਇਸ ਸਾਲ ਦੇ ਐਂਡ ਤੱਕ 200 ਲੋਕ ਹਾਇਰ ਕਰ ਸਕੀਏ। ਫਿਲਹਾਲ ਤਾਂ ਅਸੀਂ 30 ਤੇ ਹੀ ਚੱਲ ਰਹੇ ਹਾਂ, ਬਟ ਵੀ ਬਹੁਤ ਜਲਦੀ ਹੋ ਜਾਏਗਾ। ਬਿਜ਼ਨਸ ਇੰਨਾ ਅੱਛਾ ਰਨ ਕਰ ਰਹੀਆਂ ਦੋ ਕੁੜੀਆਂ। ਗੋਲ ਕੀ ਹੈ ਤੁਹਾਡੇ ਦੋਨਾਂ ਦਾ ਹੁਣ, ਮਤਲਬ ਕਿਉਂਕਿ ਕੇਕ ਨੂੰ ਲੈ ਕੇ ਜਿੱਦਾਂ ਅੱਜ ਕੱਲ੍ਹ ਦੇ ਯੰਗਸਟਰ ਹੈ, ਥੋੜ੍ਹਾ ਜਿਹਾ ਖਾਣਾ ਹੈ, ਹੈਲਥ ਕੌਨਸ਼ੀਅਸ ਬਹੁਤ ਹੈ, ਮਿੱਠਾ ਹੁੰਦਾ ਨਹੀਂ ਖਾਣਾ, ਇਹਦੇ 'ਚ ਕੁਝ ਚੇਂਜਸ ਆ ਰਹੇ ਹੈ? ਅਸੀਂ ਕੰਮ ਕਰ ਰਹੇ ਹਾਂ ਕੇਕ ਦੀ ਕੌਨਸ਼ੀਅਸ ਦੇ ਉੱਪਰ, ਬਿਕੋਜ਼ ਮੈਨੂੰ ਲੱਗਦਾ ਹੈ ਕਿ ਅਗਰ ਅਸੀਂ ਇੰਪਲੋਇਮੈਂਟ ਬਾਰੇ ਜਾਂ ਕੁੜੀਆਂ ਬਾਰੇ ਇੰਨਾ ਸੋਚ ਰਹੇ ਹਾਂ ਤਾਂ ਸਾਨੂੰ ਹੈਲਥ ਬਾਰੇ ਵੀ ਉਨਾ ਹੀ ਸੋਚਣਾ ਚਾਹੀਦਾ। ਈਵਨ ਤੋਂ ਜਿਹੜਾ ਅਸੀਂ ਹੁਣ ਵੀ ਕੇਕ ਬਣਾ ਰਹੇ ਹਾਂ ਬੜਾ ਮਤਲਬ ਵਧੀਆ ਇੰਗਰੀਡੀਐਂਟਸ ਨਾਲ ਬਣਿਆ ਹੋਇਆ ਹੈ, ਦੇਸੀ ਗੰਦਾ ਲਾੜ ਮੱਖਣ ਨਹੀਂ ਯੂਜ਼ ਕਰਦੇ ਅਸੀਂ, ਬੜਾ ਪ੍ਰੀਮੀਅਮ ਕੁਆਲਿਟੀ ਬਟਰ ਐਂਡ ਸ਼ੂਗਰ ਸਭ ਕੁਝ ਬਹੁਤ ਪ੍ਰੀਮੀਅਮ ਕੁਆਲਿਟੀ ਹੈ। ਬਟ ਅਸੀਂ ਕੰਮ ਕਰ ਰਹੇ ਹਾਂ ਕਿ ਅਸੀਂ ਕੇਕਸ ਬਣਾ ਸਕੀਏ ਜਿਹੜੇ ਹੋਣ ਗਲੂਟਨ ਫ੍ਰੀ, ਲੈਕਟੋਜ਼ ਫ੍ਰੀ, ਰਿਫਾਈਨਡ ਸ਼ੂਗਰ ਫ੍ਰੀ, ਠੀਕ ਹੈ। ਤਾਂ ਜਦ ਤੁਸੀਂ ਖਾਓ ਤਾਂ ਤੁਹਾਨੂੰ ਜਿੰਨਾ ਮਰਜ਼ੀ ਖਾ ਸਕੋ, ਤੁਹਾਡੀ ਹੈਲਥ ਨਹੀਂ ਇਫੈਕਟ ਹੋਏਗੀ, ਤੁਸੀਂ ਬਾਰ ਉਹਨੂੰ ਮਹੀਨੇ 'ਚ ਖਾ ਸਕਦੇ ਹੋ। ਐਂਡ ਹਾਂ ਬਸ ਇਸ 'ਤੇ ਕੰਮ ਚੱਲ ਰਿਹਾ ਇੱਥੇ। ਹੁਣ ਮੈਂ ਇਹ ਪਾਰਟ 'ਚ ਮੈਂ ਹੈਗੀ ਹਾਂ, ਇਸ ਪਾਰਟ ਲਈ ਮੈਂ ਜਾ ਕੇ ਬੇਕਿੰਗ 'ਚ ਖੜੀ ਹੁੰਦੀ ਹਾਂ ਕਿ ਬਈ ਬਣਾਓ। ਮੈਂ ਰੈਸਿਪੀਜ਼ ਦਿੰਦੀ ਹਾਂ ਕੁੜੀਆਂ ਨੂੰ, ਉਹ ਬਣਾਉਂਦੀਆਂ ਨੇ। ਹਿੱਟ ਐਂਡ ਟਰਾਇਲ ਹਰ ਰੋਜ਼ ਦੇ ਹਿੱਟ ਐਂਡ ਟਰਾਇਲਸ ਅਸੀਂ ਕਰਨੇ ਸ਼ੁਰੂ ਕਰ ਰਹੇ। ਤੇ ਮੈਂ ਵੀ ਹੈ ਇਸ ਪਾਰਟ ਦਾ ਪ੍ਰੋਸੈਸ। ਐਂਡ 'ਚ ਮੇਰੇ ਕੋਲ ਟਰੇ ਆਉਂਦੀ ਹੈ, 4 ਅਲੱਗ-ਅਲੱਗ ਫਲੇਵਰ, 4 ਅਲੱਗ-ਅਲੱਗ ਕੇਕਸ। ਨਵਨੀਤ ਕਿਹੜਾ ਵਾਲਾ ਅੱਛਾ ਇਹਦੇ ਵਿੱਚੋਂ, ਉਸ ਪ੍ਰੋਸੈਸ 'ਚ ਮੈਂ ਪਾਰਟ। ਤੇ ਫਿਰ ਕਿੱਦਾਂ ਦਾ ਲੱਗਦਾ, ਮਤਲਬ ਆ ਬਿਲਕੁਲ ਡਿਫਰੈਂਟ ਜਿਹੜੇ ਨਾਰਮਲ ਕੇਕ ਅੱਜ ਤੱਕ ਚੱਲਦੇ ਆ ਰਹੇ ਕੁਝ ਅਲੱਗ ਬਣ ਰਿਹਾ? ਦੇਖੋ ਮੈਨੂੰ ਪਰਸਨਲੀ ਚੀਨੀ ਕੰਜ਼ਿਊਮ ਕਰਨਾ ਨਹੀਂ ਅੱਛਾ ਲੱਗਦਾ, ਕਿਉਂਕਿ ਮੈਨੂੰ ਪਤਾ ਹੈ ਕਿ ਇਟਸ ਨਾਟ ਗੁੱਡ ਫॉर ਯੂ। ਕਿੰਨੀ ਕੁ ਖਾ ਲੂੰਗੇ, ਔਰ ਜਿੰਨੀ ਖਾਓਗੇ ਉਨੀ ਡਿਟੀਰੀਓਰੇਟ ਕਰੇਗੀ ਸਾਨੂੰ। ਤਾਂ ਜਦ ਮੈਨੂੰ ਇਹੋ ਜਿਹਾ ਕੇਕ ਮਿਲਦਾ ਨਾ ਜਿਹੜਾ ਮੈਂ ਜਿੰਨਾ ਮਰਜ਼ੀ ਖਾ ਸਕਾਂ, ਆਈ ਡੋਂਟ ਹੈਵ ਵਰਡਸ, ਮੇਰੀ ਮੁੱਕ ਗਈ ਗੱਲ ਇੱਥੇ। ਸ਼ੂਗਰ ਨੂੰ ਰਿਪਲੇਸ ਉਸ 'ਚ ਐਵੇਂ ਕਰਦੇ ਹਾਂ ਕਿ ਅਸੀਂ ਕੋਕੋਨਟ ਸ਼ੂਗਰ ਯੂਜ਼ ਕਰ ਰਹੇ ਹਾਂ, ਡੇਟਸ ਯੂਜ਼ ਕਰ ਰਹੇ ਹਾਂ, ਡੇਟ ਪੇਸਟ ਯੂਜ਼ ਕਰ ਰਹੇ ਹਾਂ। ਤਾਂ ਬੜੀ ਅਲੱਗ-ਅਲੱਗ ਆਲਟਰਨੇਟ ਸ਼ੂਗਰਸ ਦੇ ਨੇ ਜਿਹੜੇ ਯੂਜ਼ ਕਰਕੇ ਕੇਕ ਬਣੂਗਾ। ਤਾਂ ਰਿਫਾਈਨਡ ਸ਼ੂਗਰ ਨਹੀਂ ਹੋਏਗੀ ਜਾਂ ਇਹੋ ਜਿਹਾ ਨਹੀਂ ਹੋਏਗਾ। ਅਫਕੋਰਸ ਉਹ ਡਿਜ਼ਾਈਨਰ ਕੇਕ ਨਹੀਂ ਹੋਏਗਾ। ਦੇਖੋ ਬਰਥਡੇ 'ਤੇ ਤਾਂ ਡਿਜ਼ਾਈਨਰ ਕੇਕ ਕੱਟਣਾ ਚਾਹੀਦਾ, ਉਹ ਤਾਂ ਮੈਂ ਹਾਲੇ ਵੀ ਬਿਲੀਵ ਕਰਦੀ, ਕਿਉਂਕਿ ਸਾਲ 'ਚ ਇੱਕੋ ਵਾਰ ਆਉਣਾ ਹੈ, ਠੀਕ ਹੈ। 20 ਜਣੇ ਨੇ, ਹਾਂ। ਬਟ ਐਵਰੀ ਡੇ ਕੰਜ਼ੰਪਸ਼ਨ ਲਈ ਜਿਹੜੇ ਡਰਾਈ ਕੇਕਸ ਆਪਾਂ ਬਾਜ਼ਾਰੋਂ ਲੈ ਕੇ ਆਉਂਦੇ ਹਾਂ, ਬੇਕਰੀਆਂ ਤੋਂ ਲੈ ਕੇ ਆਉਂਦੇ ਹਾਂ, ਐਟਲੀਸਟ ਉਹ ਤਾਂ ਅਸੀਂ ਉੱਥੇ ਆ ਸਕਦੇ ਹਾਂ। ਅਸੀਂ ਉੱਥੇ ਹੈ ਨਹੀਂ ਹਲੇ ਐਜ਼ ਕੇਕ ਦਾ, ਅਸੀਂ ਰੈਗੂਲਰ ਬੇਕਰੀ ਨਹੀਂ ਹੈ। ਸਟਾਰਟਿੰਗ 'ਚ ਕਿੰਨੇ ਕੁ ਆਰਡਰ ਆਉਂਦੇ ਸੀ ਤੁਹਾਨੂੰ? ਕੁਝ ਵੀ ਨਹੀਂ। ਤੇ ਹੁਣ ਹਾਂ ਹਫਤੇ 'ਚ 2 ਆ ਜਾਣ, 3 ਆ ਜਾਣ, ਉਹ ਵੀ ਲੱਗਦਾ ਸੀ ਕਿ ਵਾਓ 3 ਕੇਕ ਜਾ ਰਹੇ ਇਸ ਵਾਰ ਹਫਤੇ ਦੇ। ਆਪ ਹੀ ਡਿਲੀਵਰ ਕਰਕੇ ਆਉਂਦੇ ਸੀ ਅਸੀਂ। ਇੱਕ ਕੇਕ ਚੰਡੀਗढ़ तक डिलीवर करना 2.5 घंटे 2 घंटे दूर ड्राइव करके, आप बनाना, आप ऑर्डर लेना, आप डिलीवर करना, आप कंप्लेंट लेनी, आप पोछे भी मारना चाहे केक खराब नीचे गिर गया है, आप सब कुछ करना, डिजाइनिंग भी आप करना, सब कुछ A to Z। ਮਗਰ ਹੁਣ ਤਾਂ ਬਹੁਤ ਅੱਛੀ ਟੀਮ ਹੈ ਤੁਹਾਡੇ ਕੋਲ। ਅਨਰੀਅਲ ਲੱਗਦਾ ਕਦੀ ਨਾ, ਕਦੀ ਅਸੀਂ ਅਨਗ੍ਰੇਟਫੁਲ ਹੋ ਜਾਂਦੇ ਹਾਂ, ਐਵੇਂ ਇਰੀਟੇਟ ਹੋ ਜਾਂਦੇ ਹਾਂ, ਯਾਰ ਕਿਉਂ ਐਵੇਂ ਪ੍ਰੋਬਲਮ ਆ ਰਹੀ ਹੈ, ਕਿਉਂ ਐਵੇਂ ਗੱਡੀਆਂ ਖਰਾਬ ਹੋ ਰਹੀਆਂ, ਕੁਝ ਵੀ ਬਹੁਤ ਪ੍ਰੋਬਲਮਸ ਆਉਂਦੀਆਂ ਹਰ ਰੋਜ਼। ਅਤੇ ਨਵਨੀਤ ਫਿਰ ਰੋਣ ਲੱਗ ਜਾਂਦੀ ਹੈ ਜਾਂ ਮੈਂ ਰੋਣ ਲੱਗ ਜਾਂਦੀ ਹਾਂ, ਫਿਰ ਅਸੀਂ ਇੱਕ ਦੂਜੇ ਨੂੰ ਬਹੁਤ ਰੋਣ ਲੱਗ ਜਾਂਦੀ, 1 ਮਿੰਟ ਨਹੀਂ ਲੱਗਦਾ ਇਹਨੂੰ ਰੋਣ 'ਚ, ਠੀਕ ਹੈ। ਤਾਂ ਮਤਲਬ ਪਿਛਲਾ ਮਹੀਨਾ ਤਾਂ ਸਾਡਾ ਖਾਸਾ ਔਖਾ ਸੀ। ਸੋ ਫਿਰ ਮੈਂ ਕਹਿੰਦੀ ਹਾਂ ਯਾਰ ਤੂੰ ਇਹ ਸੋਚ ਕਿ ਅਸੀਂ ਆਏ ਕਿੱਥੋਂ ਆ, ਲਾਈਕ ਅਸੀਂ ਆਏ ਉੱਥੋਂ ਆ ਜਿੱਥੇ ਮੈਂ ਕੱਲੀ ਨੇ ਇਸੀ ਜਦ ਯੂਨਿਟ ਵੀ ਬਣ ਗਿਆ ਸੀ, ਉਸ ਤੋਂ ਬਾਅਦ ਵੀ ਰਾਤ ਨੂੰ 4-4 5-5 ਵਜੇ ਸਵੇਰ ਤੱਕ ਐਗਜ਼ੀਬਿਸ਼ਨ ਵਾਲੀ ਕੇਕ ਕੱਲੀ ਨੇ ਬੈਠ ਕੇ ਪੂਰੇ ਕੀਤੇ ਨੇ। ਇਹ ਮੈਨੂੰ ਫੋਨ 'ਤੇ ਗੱਲ ਕਰਦੇ ਹੁੰਦੇ ਸੀ, ਦਿੱਲੀ ਸੀ ਉਸ ਟਾਈਮ 'ਤੇ, ਮੈਂ ਲੱਗੀ ਰਹਿੰਦੀ ਸੀ। ਫਿਰ ਇਹ ਆਉਂਦੀ ਸੀ, ਇਹ ਇੰਨੀ ਹੈਲਪ ਕਰਾਉਂਦੀ ਸੀ। ਮਤਲਬ ਅਸੀਂ ਫਿਜ਼ੀਕਲ, ਇਮੋਸ਼ਨਲ, ਮੈਂਟਲ ਇੰਨੀ ਮਿਹਨਤ ਕੀਤੀ ਹੈ ਨਾ ਕੁੜੀਆਂ ਨੂੰ ਸਿਖਾਉਣ ਲਈ। ਬਿਕੋਜ਼ ਮਤਲਬ ਕੋਈ ਕਹੇਗਾ ਨਹੀਂ ਕਿ ਜੇ ਤੁਸੀਂ ਕੰਮ ਕਰਨਾ ਹੈ ਨਾ, ਤੁਹਾਨੂੰ ਕੋਈ ਸਲਾਹ ਨਹੀਂ ਦੇਗਾ ਕਿ ਐਵੇਂ ਕਰੋ, ਇਹ ਆਈਡੀਅਲ ਵੇ ਨਹੀਂ ਹੈ ਕਿ ਨਾ ਰਹਿਣ ਦੋ, ਆਹ ਕੰਮ ਨਹੀਂ ਕਰਨਾ। ਖੇਚਲ ਦੀ ਕਿਆ ਲੋੜ ਹੈ, ਜੌਬ ਕਰ ਲਓ, ਲੋਕ ਹਾਇਰ ਕਰ ਲਓ, ਹਾਇਰ ਕਰ ਲਓ, ਜਿਹੜੇ ਪ੍ਰੋਫੈਸ਼ਨਲਸ ਆ ਉਹਨਾਂ ਨੂੰ ਹਾਇਰ ਕਰ ਲਓ, ਪੈਸੇ ਹੀ ਲੱਗਣਗੇ ਨਾ, ਬਟ ਹੋ ਜਾਏਗਾ। ਬਟ ਕੋਈ ਆਈਡੀਅਲ ਵੇ ਨਹੀਂ ਸੀ ਬਿਜ਼ਨਸ ਚਲਾਉਣ ਦਾ। ਐਂਡ ਆਈ ਥਿੰਕ ਅਗਰ ਮੈਂ ਨਵਾਂ ਬਿਜ਼ਨਸ ਸ਼ੁਰੂ ਕਰੂੰਗੀ ਸ਼ਾਇਦ ਮੈਂ ਇਸ ਤਰੀਕੇ ਨਾਲ ਨਾ ਕਰਾਂ, ਬਟ ਉਸ ਵੇਲੇ ਫਾਈਨੈਂਸਿਸ ਵੀ ਦੇਖਣੇ ਸੀਗੇ, ਲਿਮਿਟਿਡ ਰਿਸੋਰਸਿਸ ਸੀਗੇ ਸਾਨੂੰ। ਇਹ ਮੈਨੂੰ ਪਰਟੀਕੂਲਰਲੀ ਇਹ ਬਹੁਤ ਸੀਗਾ ਕਿ ਕੁੜੀਆਂ ਹੀ ਕਰਨ। ਫਾਈਨੈਂਸ਼ਲੀ ਫੈਮਿਲੀ ਵੱਲੋਂ ਸਪੋਰਟ ਸੀ ਦੋਨਾਂ ਨੂੰ? ਦੇਖੋ ਸੀਗੀ, ਸਪੋਰਟ ਤਾਂ ਸੀਗੀ ਫਾਈਨੈਂਸ਼ਲੀ, ਬਟ ਜਿਹੜਾ ਸੀਡ ਇਨਵੈਸਟਮੈਂਟ ਕਹਿੰਦੇ ਆ ਨਾ ਅਸੀਂ, ਕਿ ਆਲੋ ਜੀ ਫੋਰ ਐਗਜ਼ਾਮਪਲ ਆਲੋ ਜੀ 10 ਲੱਖ ਰੁਪਏ,
ਸ਼ੁਰੂ ਕਰੋ। ਜੋ ਕਰਨਾ ਉਹ ਨਹੀਂ ਸੀ, ਓਕੇ 3-4 ਮਸ਼ੀਨਾਂ ਸੀਗੀਆਂ। ਵੀ ਹੈਡ ਦਿਸ ਬਿਲਡਿੰਗ, ਗਰਾਊਂਡ ਫਲੋਰ ਸੀਗਾ। ਤੇ ਮਨਪ੍ਰੀਤ ਦੀ ਮੰਮੀ ਬਹੁਤ ਸਪੋਰਟਿਵ ਸੀਗੇ, ਬਟ ਉਹ ਵੀ ਆਪਣਾ ਬਿਜ਼ਨਸ ਦੇ ਸਟਰਗਲਸ ਵਿੱਚ ਕਾਫੀ ਵਿਅਸਤ ਰਹਿੰਦੇ ਹੈ, ਤੇ ਉਹਨਾਂ ਨੇ ਵੀ ਆਪਣੇ ਆਪ ਨੂੰ ਹੈਂਡਲ ਕਰਨਾ ਸੀਗਾ, ਆਪਣਾ ਬਿਜ਼ਨਸ ਹੈਂਡਲ ਕਰਨਾ ਸੀਗਾ। ਤਾਂ ਸਾਡੇ ਕੋਲ ਕੋਈ ਵੀ ਸੀਡ ਇਨਵੈਸਟਮੈਂਟ ਨਹੀਂ ਸੀਗੀ। ਸਾਨੂੰ ਲਿਟਰਲੀ ਸੀਡ ਇਨਵੈਸਟਮੈਂਟ ਕੁਛ 5-6 ਹਜ਼ਾਰ ਹੋਏਗੀ ਉਸ ਟਾਈਮ। ਹਾਂ ਮਤਲਬ ਇਹ ਸੀਗਾ ਕਿ ਜਿਵੇਂ ਬਿਲਸ ਕੁਝ ਨਹੀਂ ਦਿੱਤੇ ਗਏ, ਆਰਡਰਸ ਨਹੀਂ ਆਏ, ਤਾਂ ਮੰਮੀ ਨੇ ਉਹ ਬਿਲਸ ਦੇਤੇ। ਇਹ ਸੀ, ਮੰਮੀ ਨੇ ਬਹੁਤ ਸਪੋਰਟ ਕੀਤੀ ਉਸ ਟਾਈਮ 'ਤੇ। ਬਟ ਤੁਸੀਂ ਜਦ ਕੰਮ ਸ਼ੁਰੂ ਕਰਦੇ ਤੁਹਾਨੂੰ ਹੁੰਦਾ ਕਿ 50 ਲੱਖ 15-20 ਲੱਖ 50 ਲੱਖ ਲਾ ਦੀਏ, ਫਿਰ ਤੁਹਾਡੇ ਕੋਲ ਮਾਰਕੀਟਿੰਗ ਲਈ ਵੀ ਪੈਸੇ ਹੋਣ। ਜਿਹੋ ਜਿਹਾ ਅਸੀਂ ਕੰਮ ਕਰ ਰਹੇ ਹਾਂ, ਕਲਾਊਡ ਬੇਕਰੀ ਹੈ, ਤੁਸੀਂ ਪ੍ਰੋਪਰ ਇੱਕ ਸ਼ੁਰੂ ਕਰਨਾ, ਤਾਂ ਉਹ ਕਿ ਯੂ ਹੈਵ ਦੈਟ ਮਨੀ, ਤੁਸੀਂ ਉਹਨੂੰ ਐਲੋਕੇਟ ਕਰ ਸਕਦੇ ਹੋ ਐਵੇਂ। ਉਵੇਂ ਨਹੀਂ ਸੀਗੇ। ਅਫਕੋਰਸ ਸਪੋਰਟ ਸੀਗੀ ਘਰਦਿਆਂ ਦੀ, ਐਟਲੀਸਟ ਮੇਰੀ ਮੰਮੀ ਦੀ ਬਹੁਤ ਫਾਈਨੈਂਸ਼ੀਅਲ ਸਪੋਰਟ ਸੀ। ਐਂਡ ਆਈ ਥਿੰਕ ਬਿਕੋਜ਼ ਆਫ ਹਰ ਵੀ ਮਤਲਬ ਅਸੀਂ ਇੱਥੇ ਤੱਕ ਪਹੁੰਚਾ ਪਾਏ। ਬਟ ਮੈਂ ਕਦੀ ਕਹਿੰਦੀ ਹੁੰਦੀ ਹਾਂ ਕਿ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮੈਂ ਕ੍ਰੈਡਿਟ ਤੁਹਾਨੂੰ ਇਸ ਲਈ ਨਹੀਂ ਦਿੰਦੀ, ਮੈਂ ਕਿਹਾ ਬਿਕੋਜ਼ ਮਿਹਨਤ ਤਾਂ ਸਾਡੀ ਵੀ ਲੱਗੀ ਹੈ ਨਾ। ਫਿਰ ਸਾਡੀ ਆਪਸ 'ਚ ਐਵੇਂ ਹੁੰਦੀ ਹੋ ਜਾਂਦਾ ਨਾ, ਕਿਸੇ ਨੂੰ ਹੁੰਦਾ ਕਿ ਮੈਂ ਇੰਨਾ ਕੁਛ ਕੀਤਾ ਕਿ ਤੁਸੀਂ ਅਪਰੀਸ਼ੀਏਟ ਨਹੀਂ ਕਰ ਰਹੇ ਮੈਂ ਇੰਨਾ ਕੁਛ ਕੀਤਾ। ਬਟ ਫਿਰ ਸਾਨੂੰ ਵੀ ਹੁੰਦਾ ਕਿ ਜੇ ਅਸੀਂ ਨਾ ਮਿਹਨਤ ਕਰਦੇ, ਬੜਾ ਉਹ ਰਿਫਟ ਜਿਹੜਾ ਪੇਰੈਂਟਸ ਦੇ ਨਾਲ ਹੋ ਜਾਂਦਾ ਨਾ ਤੁਹਾਡਾ। ਉਹ ਰਿਲੇਸ਼ਨਸ਼ਿਪ ਉਸ ਟਾਈਮ ਵੀ ਨਾ ਗਿਵ ਐਂਡ ਟੇਕ ਹੀ ਹੈ। ਜੇ ਮੈਂ ਤੁਹਾਨੂੰ ਐਵੇਂ ਕਰਦੀ ਹਾਂ, ਠੀਕ ਹੈ, ਜੇ ਮੈਂ ਤੁਹਾਨੂੰ ਕੁੱਟਦੀ ਹਾਂ ਫੋਰ ਐਗਜ਼ਾਮਪਲ, ਤੇ ਤੁਸੀਂ ਰਿਸਪੌਂਡ ਨਹੀਂ ਕਰਦੇ ਮੈਨੂੰ ਕੁੱਟ ਕੇ ਵਾਪਸ, ਬਿਲਕੁਲ, ਤਦੋਂ ਵਨ ਸਾਈਡਡ ਰਹੇਗੀ, ਕਿਤੇ ਪਹੁੰਚੇਗੀ ਨਹੀਂ ਗੱਲ। ਜੇ ਤੁਸੀਂ ਰੋਕੋਗੇ ਮੈਨੂੰ, ਫੇਰ ਹੀ ਰੁਕੂੰਗੀ ਨਾ ਮੈਂ। ਉਹੀ ਗੱਲ ਹੋਈ ਹੈ ਇੱਥੇ ਵੀ ਕਿ ਆਂਟੀ ਦੀ ਸਪੋਰਟ ਸੀਗੀ, ਸਾਡੇ ਦੋਨਾਂ ਲਈ ਸੀਗੀ, ਤੁਹਾਡੀ ਮਿਹਨਤ ਵੀ ਸੀਗੀ ਨਾ। ਤੇ ਹਾਂ, ਜੇ ਉਹ ਆਂਟੀ ਦੀ ਕੱਲੀ ਸਪੋਰਟ ਹੁੰਦੀ, ਹੋਰ ਮਿਹਨਤ ਨਾ ਹੁੰਦੀ, ਫਿਰ ਉਹ ਸਪੋਰਟ ਸੋਚੀ ਜਾਓ ਕਿ ਕਿੰਨੀ ਦੇਰ ਸਪੋਰਟ ਹੀ ਚੱਲਦੀ ਜਾਂਦੀ। ਬਿਲਕੁਲ, ਉਹ ਇਨਵੈਸਟ ਕਰੀ ਜਾਂਦੇ ਹੌਲੀ ਕਰੀ ਜਾਂਦੇ, ਔਰ ਉਹ ਇਨਵੈਸਟਮੈਂਟ ਕਿੱਥੇ ਜਾਂਦੀ। ਇਹਨਾਂ ਨੂੰ ਸਪੋਰਟ ਦੇਣ ਦਾ ਪੁਆਇੰਟ ਨਹੀਂ, ਮਤਲਬ ਅਸੀਂ ਮਤਲਬ ਉਸ ਟਾਈਮ 'ਤੇ ਸਾਨੂੰ ਸਮਝ ਨਹੀਂ ਆਉਂਦਾ ਸੀ ਅਸੀਂ ਕੇਕਸ ਕਿਵੇਂ ਵੇਚੀਏ। ਫਿਰ ਸੋਚਿਆ ਕਿ ਠੀਕ ਹੈ ਕਿਵੇਂ ਵੇਚੀਏ, ਐਗਜ਼ੀਬਿਸ਼ਨਸ ਲਗਾਉਂਦੇ ਹਾਂ। ਐਗਜ਼ੀਬਿਸ਼ਨਸ ਲਗਾਈਆਂ, ਆਉਣੇ ਸ਼ੁਰੂ ਹੋ ਗਏ ਆਰਡਰ, ਠੀਕ ਹੈ। ਉਸ ਤੋਂ ਬਾਅਦ ਫਿਰ ਹੋਰ ਕਿਵੇਂ ਗਰੋ ਕਰੀਏ, ਫਿਰ ਸੋਸ਼ਲ ਮੀਡੀਆ ਦੇ ਕੋਰਸਿਸ ਲਿੱਤੇ ਮੈਂ ਔਨਲਾਈਨ, ਬਹੁਤ ਸਾਰੇ ਸਿੱਖਿਆ ਕਿ ਇੰਸਟਾਗ੍ਰਾਮ ਕਿਵੇਂ ਬੈਟਰ ਕਰਨਾ। ਫਿਰ ਉਸ 'ਤੇ ਕੰਮ ਕਰਨਾ ਸ਼ੁਰੂ ਕੀਤਾ। ਉਸ ਤੋਂ ਬਾਅਦ ਹੋਰ ਕਿਵੇਂ ਆਰਡਰਸ ਆਉਣ, ਫਿਰ ਬਿਜ਼ਨਸ ਡਿਵੈਲਪਮੈਂਟ ਕੋਰਸਿਸ ਲਿੱਤੇ। ਮਤਲਬ ਅਸੀਂ ਆਪਣੇ ਆਪ 'ਤੇ ਬਹੁਤ, ਅੱਜ ਵੀ ਤੁਸੀਂ ਕਦੀ ਮੇਰੇ ਘਰ ਆਓਗੇ ਤੁਸੀਂ ਦੇਖੋਗੇ ਬੁੱਕ ਸ਼ੈਲਫਸ ਭਰੀਆਂ ਹੋਈਆਂ ਨੇ ਸਿਰਫ ਪਰਸਨਲ ਗਰੋਥ ਦੀ ਕਿਤਾਬਾਂ ਦੇ ਨਾਲ, ਬਿਜ਼ਨਸ ਡਿਵੈਲਪਮੈਂਟ ਦੀਆਂ ਕਿਤਾਬਾਂ ਦੇ ਨਾਲ। ਤਾਂ ਕੱਲੀ ਐਜੂਕੇਸ਼ਨ ਨਹੀਂ ਲਈ, ਆਪ ਬੁੱਕਸ ਲੈ ਕੇ ਪੜ੍ਹ ਕੇ ਸਿੱਖਿਆ। ਹਾਂ ਬਿਲਕੁਲ, ਕਦੀ ਐਵੇਂ ਨਹੀਂ ਸੀਗਾ ਕਿ ਅਸੀਂ ਕੱਲੀ ਫਿਜ਼ੀਕਲ ਮਿਹਨਤ ਇੱਥੇ ਪਾਗਲਾਂ ਵਾਂਗ ਬਸ ਕੇਕ ਹੀ ਬਣਾਏ ਗਏ। ਅਸੀਂ ਰੀਅਲੀ ਦਿਮਾਗ ਤੋਂ ਸਟ੍ਰੈਟਜੀਜ਼ ਲਗਾਈਆਂ, ਆਪਣੇ ਆਪ ਨੂੰ ਬੈਟਰ ਕੀਤਾ, ਮੈਡੀਟੇਸ਼ਨਸ ਕਰਨੀਆਂ ਸ਼ੁਰੂ ਕੀਤੀਆਂ ਨੇ। ਕੁੜੀਆਂ ਨੂੰ ਕਿਵੇਂ ਇਕੱਠੇ ਰੱਖਣਾ ਹੈ, 30 ਲੋਕਾਂ ਨੂੰ ਸਾਂਭਣਾ ਸੌਖਾ, ਸਿਰ ਫਾੜਨ ਕਰਦੀ ਸਿਰ ਫਾੜ ਦਿੰਦੀਆਂ ਡੇਜ਼ ਇੱਕ ਦੂਜਿਆਂ ਦੇ। ਇਹਨਾਂ ਨੂੰ ਰੋਕ ਕੇ ਇਕੱਠੇ ਰੱਖਣਾ, ਕਮਿਊਨਿਟੀ 'ਚ ਰੱਖਣਾ। ਮੈਂ ਹੁਣੀ ਕਿਤਾਬ ਪੜ੍ਹੀ ਸੀ, ਕਮਿਊਟਨੀ ਜਿਹੜੀ ਹੈਗੀ, ਇਕੱਠੇ ਤੁਸੀਂ ਇੱਕ ਸੰਸਥਾ ਨੂੰ ਕਿਵੇਂ ਚਲਾਉਂਦੇ ਹੋ, ਉਹ ਪੜ੍ਹ ਰਿਹਾ। ਤਾਂ ਇਹ ਸਾਰੀਆਂ ਚੀਜ਼ਾਂ, ਬਿਜ਼ਨਸ ਇਜ਼ ਨਾਟ ਵਨ ਡਾਇਮੈਂਸ਼ਨ। ਅੱਛਾ ਕੇਕ ਬਣਾਇਆ ਵਿਕ ਗਿਆ, ਜਿਹੜਾ ਬਹੁਤ ਲੋਕਾਂ ਨੂੰ ਲੱਗਦਾ। ਮੈਨੂੰ ਕਾਲ ਆ ਕੇ ਪੁੱਛਦੇ ਨੇ ਲੋਕ ਕਿ ਅਸੀਂ ਹੋਮ ਬੇਕਰਸ ਸਭ ਮੈਨੂੰ ਫੋਨ ਕਰਕੇ ਪੁੱਛਦੇ ਆ, ਅਸੀਂ ਕੇਕ ਬਣਾਉਂਦੇ ਹਾਂ, ਸਾਡੇ ਕੋਲ ਲੋਕ ਹੈ ਜਿਹੜੇ ਸਾਡੇ ਹੈਲਪ ਕਰਦੇ ਆ, ਬਟ ਅਸੀਂ ਕਿਵੇਂ ਇਹਨੂੰ ਹੋਰ ਐਕਸਪੈਂਡ ਕਰ ਸਕਦੇ ਹਾਂ। ਬਹੁਤ ਕੁਐਸਚਨ ਮੈਨੂੰ ਰੈਗੂਲਰਲੀ ਆਉਂਦਾ, ਬਟ ਉਹ ਕੁਐਸਚਨ ਦਾ ਆਨਸਰ ਇਹੀ ਹੈ ਕਿ ਤੁਹਾਨੂੰ ਸਟੈਪ ਬੈਕ ਕਰਨਾ ਪੈਂਦਾ ਫਿਜ਼ੀਕਲ ਐਫਰਟ ਤੋਂ, ਔਰ ਦਿਮਾਗ 'ਤੇ ਕੰਮ ਕਰਨਾ ਪੈਂਦਾ, ਸਿੱਖਣੀਆਂ ਪੈਂਦੀਆਂ ਨਵੀਆਂ ਚੀਜ਼ਾਂ। ਸਿਰਫ ਕੇਕ ਬਣਾਉਣਾ ਕੰਮ ਨਹੀਂ ਹੈ ਸਾਡਾ। ਜੇ ਅੱਜ ਵੀ ਮਨਪ੍ਰੀਆ ਔਰ ਮੈਂ ਕੇਕ ਬਣਾ ਰਹੇ ਹੁੰਦੇ, ਮੈਨੂੰ ਵੀ ਬਣਵਾਉਣਾ ਪੈਂਦਾ ਸੀ ਕੇਕ, ਆਲਦੋ ਮੈਨੂੰ ਪਸੰਦ ਨਹੀਂ ਸੀ, ਬਟ ਬਣਵਾਉਣਾ ਪੈਂਦਾ ਸੀ, ਕੀ ਕਰੀਏ। ਬਟ ਜੇ ਅਸੀਂ ਹਾਲੇ ਵੀ ਉਸ ਆਪਰੇਸ਼ਨਸ 'ਚ ਆਪ ਵਿਅਸਤ ਹੁੰਦੇ, ਜੇ ਮੈਨੇਜ ਨਹੀਂ ਕਰ ਪਾਉਂਦੇ, ਹੋਰ ਤਾਂ ਫਿਰ ਇੱਕ ਸਟੈਪ ਬੈਕ ਲੈ ਕੇ ਮੈਂਟਲੀ ਕੁਝ ਸੋਚ ਹੀ ਨਾ ਪਾਉਂਦੇ ਕਿ ਕਿਵੇਂ ਵਧਾਈਏ। ਹੁਣ ਵੀ ਅਸੀਂ ਜਦ ਤੁਸੀਂ ਆਏ ਹੋ ਉਹ ਤੋਂ ਪਹਿਲਾਂ ਅਸੀਂ ਹਾਲੇ ਵੀ ਸੋਚ ਰਹੇ ਸੀਗੇ ਕਿ ਜਿਵੇਂ ਕੇਕ ਦੇ ਬੇਸਿਸ ਹੈ, ਉਹਨਾਂ ਨੂੰ ਕਿਵੇਂ ਬੈਟਰ ਕੀਤਾ ਜਾਵੇ, ਕਿੱਧਰੋਂ ਸੋਰਸ ਕੀਤਾ ਜਾਵੇ, ਕਿੱਧਰੋਂ ਸਟੈਪਸ ਘਟਣ ਕਿ ਸਾਡੀ ਪ੍ਰੋਡਕਟਿਵਿਟੀ ਵੱਧ ਸਕੇ। ਤਾਂ ਇਹ ਸਟੈਪ ਬੈਕ ਕਰਕੇ ਹੀ ਕਰ ਸਕਦੇ ਹਾਂ ਅਸੀਂ, ਰਾਈਟ। ਅਤੇ ਮੈਂ ਵੀ ਤੁਹਾਡਾ ਨਾ ਇੰਸਟਾ ਫੋਲੋ ਕਰ ਰਹੀ ਹਾਂ, ਬਹੁਤ ਸੋਹਣੀ ਫੋਟੋਜ਼ ਤੁਸੀਂ ਅਪਲੋਡਸ, ਮਤਲਬ ਕਿ ਫੋਟੋ ਦੇਖ ਕੇ ਕੁਆਲਿਟੀ ਦੇ ਨਾ ਪਤਾ ਚੱਲ ਜਾਂਦਾ ਕਿ ਫੋਟੋ ਦੀ ਕੁਆਲਿਟੀ ਹੈਗੀ ਹੈ। ਅਤੇ ਮਤਲਬ ਮੈਂ ਦੇਖਿਆ ਤੁਸੀਂ ਕਾਫੀ ਸੈਲੀਬ੍ਰਿਟੀਜ਼ ਨੂੰ ਵੀ ਕੇਕ ਡਿਲੀਵਰ ਕੀਤੇ ਹੋਏ ਹੈ, ਅਤੇ ਮਤਲਬ ਕਿਹਨਾਂ ਨੂੰ ਹੁਣ ਤੱਕ ਕਰ ਚੁੱਕੇ ਹੋ?
ਸਿੱਧੂ ਮੂਸੇਵਾਲਾ, ਸ਼ੈਰੀਮਾਨ, ਜਾਰਡਨ ਸੰਧੂ, ਗਿੱਪੀ ਗਰੇਵਾਲ ਦੇ ਬੱਚਿਆਂ ਦੇ ਕੇਕ ਟੇਬਲਸ ਕੀਤੇ ਸੀ। ਉਹ ਫੋਨ ਕਰਦੇ ਆ ਕਿ ਮਤਲਬ ਤੁਸੀਂ ਆਪਣੇ ਵੱਲੋਂ ਸਮ ਟਾਈਮ ਹੁੰਦਾ ਕਿ ਅਸੀਂ ਭੇਜ ਰਹੇ ਹਾਂ ਕਿ ਅਸੀਂ ਅੱਜ ਤੱਕ ਕਿਸੇ ਨੂੰ ਅਪਰੋਚ ਕੀਤਾ ਨਹੀਂ, ਕਿਉਂਕਿ ਅਸੀਂ ਹਮੇਸ਼ਾ ਸੈਲਫ ਇੰਪਰੂਵਮੈਂਟ 'ਚ ਹੀ ਫਸੇ ਹੋਏ ਸੀ। ਤਾਂ ਬਹੁਤ ਵਾਇਰਲ ਹੋਇਆ, ਬਹੁਤ ਸੋਹਣਾ ਬਣਿਆ ਸੀ। ਥੈਂਕ ਯੂ ਜੀ, ਥੈਂਕ ਯੂ। ਅਸੀਂ ਕਦੀ ਵੀ ਵੈਸੇ ਕਿਸੇ ਨੂੰ ਜਾ ਕੇ ਅਪਰੋਚ ਨਹੀਂ ਕੀਤਾ ਅੱਜ ਤੱਕ ਕਿ ਸਾਡੇ ਤੋਂ ਕੇਕ ਲੈ ਲਓ। ਬਾਈ ਚਾਂਸ ਪਤਾ ਨਹੀਂ ਮਿਹਨਤ ਕੀਤੀ ਹੈ, ਕੀ ਕੀਤਾ ਹੈ। ਜਿਵੇਂ ਤੁਸੀਂ ਵੀ ਫੋਲੋ ਕਰਦੇ ਹੋ, ਉਹ ਵੀ ਉਹਨਾਂ ਦੇ ਕਰੂ ਫੋਲੋ ਕਰਦਾ ਹੈ ਤਾਂ ਉਹ ਕੁਛ ਰੈਕਮੈਂਡ ਕਰ ਦਿੰਦੇ ਆ, ਉਹਨਾਂ ਦੇ ਫਰੈਂਡਸ ਫੋਲੋ ਕਰਦੇ ਆ ਤਾਂ ਉਹ ਰੈਕਮੈਂਡ ਕਰ ਦਿੰਦੇ ਆ। ਤਾਂ ਅਸੀਂ ਐਜ਼ ਪਰ ਸੇ ਖੁਦ ਕਦੀ ਨਹੀਂ ਕੇਕ ਭੇਜਿਆ ਆਟੋਮੈਟਿਕਲੀ। ਸਾਨੂੰ ਪਤਾ ਵੀ ਨਹੀਂ ਹੁੰਦਾ, ਹਾਫ ਆਫ ਦਾ ਟਾਈਮ ਸਾਨੂੰ ਪਤਾ ਨਹੀਂ ਹੁੰਦਾ ਕਿ ਕਿਹਦਾ ਕੇਕ ਜਾ ਰਿਹਾ, ਕਿਉਂਕਿ ਉਹ ਆਪ ਤੁਹਾਨੂੰ ਫੋਨ ਕਰਕੇ ਕਹੋਗੇ ਹੈਲੋ ਮੈਂ ਮਿਸਿਸ ਗਿੱਪੀ ਗਰੇਵਾਲ ਬੋਲ ਰਹੀ ਹਾਂ ਅਤੇ ਮੈਨੂੰ ਐਵੇਂ ਨਹੀਂ ਬੋਲਦੇ। ਉਹ ਤਾਂ ਬਾਈ ਚਾਂਸ ਇੱਕ ਦਿਨ ਉਹ ਬੁਕਿੰਗ ਕਰਵਾਉਣ ਆਏ ਸੀਗੇ ਜਦ ਸਾਡਾ ਕੈਫੇ ਸੀਗਾ, ਤਦ ਕਿਸੇ ਨੇ ਸਾਨੂੰ ਦੱਸਿਆ ਕਿ ਪਤਾ ਤੁਹਾਨੂੰ ਇਹ ਕੌਣ ਹੈ। ਇਹ ਸਾਨੂੰ ਨਹੀਂ ਪਤਾ ਕਿ ਇਹ ਫਲਾਣਾ ਹੈ। ਮਤਲਬ ਦੰਗ ਰਹਿ ਗਏ ਅਸੀਂ ਵੀ, ਕਿਉਂਕਿ ਅਸੀਂ ਉਸ ਟਾਈਮ ਅਸੀਂ ਨਿਊਲੀ ਸਟਾਰਟ ਕੀਤਾ ਸੀਗਾ ਅਤੇ ਸਾਨੂੰ ਕੈਫੇ 'ਤੇ ਆ ਕੇ ਬੁਕਿੰਗਸ ਕਰਾ ਦਿੰਦੇ ਸੀ ਨਾ ਕੇਕ ਦੀ। ਅਤੇ ਗਿੱਪੀ ਗਰੇਵਾਲ ਜੀ ਦੇ ਜਿਹੜੇ ਵਾਈਫ ਹੈ ਉਹ ਆਏ ਸੀ ਬੜੇ ਬਾਡੀਗਾਰਡਸ ਦੇ ਨਾਲ ਐਂਡ ਐਵਰੀਥਿੰਗ। ਮੈਂ ਕਹਾਂ ਕੌਣ ਆ ਗਿਆ। ਅਤੇ ਮੈਨੂੰ ਫਿਰ ਜਿਹੜੇ ਸਾਡੇ ਉੱਥੇ ਵਰਕਰ ਸੀਗੇ ਉਹਨਾਂ ਨੇ ਮੁੰਡਿਆਂ ਨੇ ਲੱਭ ਕੇ, ਮੈਮ ਤੁਹਾਨੂੰ ਪਤਾ ਨਹੀਂ ਕੌਣ ਹੈ, ਉਹਨਾਂ ਦੇ ਵਾਈਫ ਹੈ। ਅਤੇ ਫਿਰ ਉਹਨਾਂ ਨੇ ਕੇਕ ਟੇਬਲ ਬੁੱਕ, ਉਹਨਾਂ ਨੇ ਉਹੀ ਆਏ ਸੀ, ਉਹਨਾਂ ਨੇ ਕੇਕ ਟੇਬਲਸ ਬੁੱਕ ਕਰਾਇਆ ਆਪਣੇ ਬੱਚਿਆਂ ਲਈ। ਅਤੇ ਬਾਕੀ ਫਰੈਂਡਸ ਵਗੈਰਾ ਕਰਾ ਲੈਂਦੇ ਨੇ ਉਹਨਾਂ ਦੇ। ਅਤੇ ਸ਼ੈਰੀਮਾਨ ਜੀ ਦਾ, ਉਹਨਾਂ ਦਾ ਕੁੜੀ ਦਾ ਕੇਕ ਟੇਬਲ, ਉਹਨਾਂ ਦੀ ਬੇਟੀ ਦਾ ਕੇਕ ਟੇਬਲ ਕੀਤਾ ਸੀ। ਅਤੇ ਉਹ ਵੀ ਕੁੜੀਆਂ, ਸਾਡਾ ਕਰੂ ਜਦ ਗਿਆ ਸੀ ਨਾ ਸੈਟਅਪ ਕਰਨ, ਤਦ ਉਹਨਾਂ ਨੂੰ ਪਤਾ ਚੱਲਿਆ ਕਿ ਉਸ ਟਾਈਮ ਤੱਕ ਹਾਲੇ ਵੀ ਨਹੀਂ ਪਤਾ ਸੀਗਾ। ਅਤੇ ਕਦੀ ਐਵੇਂ ਹੁੰਦਾ ਹੈ ਕਿ ਫੋਰ ਐਗਜ਼ਾਮਪਲ ਕੋਈ, ਮੈਨੂੰ ਨਾਮ ਨਹੀਂ ਯਾਦ ਕਿਸ ਮਿਊਜ਼ੀਸ਼ੀਅਨ ਦਾ ਨਾਮ ਸੀਗਾ, ਉਹਦਾ ਕੋਈ ਮਿਊਜ਼ਿਕ ਵਾਲਾ ਕੇਕ ਬਣ ਰਿਹਾ ਸੀਗਾ ਅਤੇ ਉਹਦਾ ਨਾਮ ਸੀਗਾ ਉੱਥੇ। ਫਿਰ ਕੁੜੀਆਂ ਨੇ ਕਿਹਾ ਕਿ ਦੀਦੀ ਇਹ ਉਸਦਾ ਕੇਕ ਤਾਂ ਨਹੀਂ ਹੈ, ਉਸ ਸਿੰਗਰ ਦਾ ਕੇਕ ਤਾਂ ਨਹੀਂ ਹੈ, ਕਿਉਂਕਿ ਉਸ ਦਿਨ ਬਰਥਡੇ ਉਹਨਾਂ ਦਾ ਉੱਥੇ ਹੀ ਆਉਂਦਾ ਅਤੇ ਮੋਹਾਲੀ ਜਾ ਰਿਹਾ। ਫਿਰ ਉਸ ਟਾਈਮ ਪਤਾ ਚੱਲਿਆ ਕਿ ਉਹਨਾਂ ਸਿੰਗਰ ਦਾ ਇਹ, ਕਿਉਂਕਿ ਨਾਮ ਲਿਖ ਰਹੇ ਸੀਗੇ ਉੱਥੇ ਬੇਸ 'ਤੇ। ਤੁਸੀਂ ਕਾਫੀ ਥੀਮ ਕੇਕ ਬਣਾਉਂਦੇ ਹੋ। ਆਈ ਥਿੰਕ ਆਰਮੀ ਵਾਲਾ ਵੀ ਮੈਂ ਕੁਛ ਦੇਖਿਆ ਸੀ, ਉਸ ਰਿਲੇਟਿਡ ਵੀ ਫੋਟੋ ਪੋਸਟ ਹੋਈ ਹੈ ਤੁਹਾਡੇ ਸੋਸ਼ਲ ਮੀਡੀਆ 'ਤੇ। ਆਰਮੀ ਵਾਲਾ ਕੇਕ ਟੇਬਲ, ਆਰਮੀ ਵਾਲੇ ਕੇਕਸ ਕਾਫੀ ਕਰੀਦੇ ਹੈ। ਔਰ ਇਹ ਵੀ ਹੋਇਆ ਪਤਾ ਕਿ ਜਿਵੇਂ ਜਿੰਨੇ ਵੀ ਸਿੰਗਰਸ ਜਾਂ ਸੈਲੀਬ੍ਰਿਟੀਜ਼ ਦੇ ਅਸੀਂ ਕੇਕ ਕੀਤੇ ਹੈ ਨਾ, ਮੈਂ ਤੁਹਾਨੂੰ ਦੱਸਾਂ ਕਿਸੇ ਨੇ ਵੀ ਅੱਜ ਤੱਕ ਫੋਨ ਕਰਕੇ ਇਹ ਨਹੀਂ ਕਿਹਾ ਕਿ ਜੀ ਮੈਂ ਇਹ ਸੈਲੀਬ੍ਰਿਟੀ ਬੋਲ ਰਹੀ ਹਾਂ ਮੈਨੂੰ ਕੇਕ ਡਿਸਕਾਊਂਟ ਦੇ ਦਿਓ ਜਾਂ ਫ੍ਰੀ 'ਚ ਦੇ ਦਿਓ। ਕਦੀ ਵੀ ਨਹੀਂ। ਜਿੰਨੇ ਤੁਸੀਂ ਮਤਲਬ ਆਈ ਡੋਂਟ ਨੋ ਪੰਜਾਬੀ ਇੰਡਸਟਰੀ ਇਹੋ ਜਿਹੀ ਹੈ ਕਿਵੇਂ, ਬਟ ਉਹਨਾਂ ਨੇ ਕਦੀ ਫ੍ਰੀ 'ਚ ਨਹੀਂ ਮੰਗਿਆ। ਬਹੁਤ ਸਾਰੇ ਸੋਸ਼ਲ ਮੀਡੀਆ ਔਨਲਾਈਨ ਇਨਫਲੂਐਂਸਰਸ ਹੈ ਜਿਨ੍ਹਾਂ ਨੇ ਕਿਹਾ ਕਿ ਕੋਲੈਬੋਰੇਸ਼ਨਸ ਕਰਦੇ ਆ। ਅਸੀਂ ਕਰਦੇ ਨਹੀਂ ਹਲੇ ਕੋਲੈਬੋਰੇਸ਼ਨਸ, ਬਿਕੋਜ਼ ਅਸੀਂ ਹਲੇ ਵੀ ਲੱਭ ਰਹੇ ਹਾਂ ਕਿ, ਕਿਉਂਕਿ ਸਾਨੂੰ ਲੱਗਦਾ ਜੇ ਅਸੀਂ ਉਹਨਾਂ ਨੂੰ ਫ੍ਰੀ ਕੇਕ ਦੇਈਏ ਤਾਂ ਸਾਡਾ ਕਸਟਮਰ ਕਿਉਂ ਪੈਸੇ ਦੇ ਰਿਹਾ, ਜਿਹੜਾ 10 ਕੇਕ ਲੈ ਰਿਹਾ ਸਾਲ 'ਚ, ਠੀਕ ਹੈ ਨਾ। ਤਾਂ ਫੇਅਰ ਨਹੀਂ ਲੱਗਦਾ। ਸੋ ਅਸੀਂ, ਸਾਡੀ ਵੈਲਿਊ ਹੈ ਇੱਕ ਇਕੁਆਲਿਟੀ ਦੀ ਔਰ ਫੇਅਰਨੈਸ ਦੀ। ਤੁਸੀਂ ਪੜ੍ਹੀਆਂ ਸੀ ਨਾ ਵੈਲਿਊਜ਼ ਹਰ ਬਾਹਰ ਲਗਾਈਆਂ ਹੋਈਆਂ, ਫਿਰ ਇਹਨਾਂ ਨੇ ਉਹਦੀ ਡੈਫੀਨੇਸ਼ਨ ਦਿੱਤੀ। ਹਾਂ, ਫਿਰ ਉਹ ਵੈਲਿਊ ਦੇ ਵਿੱਚ ਸਾਡਾ ਫਾਲ ਨਹੀਂ ਕਰਦਾ ਕਿ ਅਸੀਂ ਫ੍ਰੀ ਦੇ ਕੇਕ ਦੇਈਏ, ਮਾਰਕੀਟਿੰਗ ਲਈ ਦੇਈਏ। ਬਿਲਕੁਲ ਵਧੀਆ ਸਟ੍ਰੈਟਜੀ ਹੈ, ਬਟ ਸਾਨੂੰ ਸਮਝ ਨਹੀਂ ਆਉਂਦਾ ਕਿ ਕਿਵੇਂ ਉਹਨੂੰ ਇੰਪਲੀਮੈਂਟ ਕਰੀਏ ਤਾਂ ਕਿ ਸਾਡੇ ਕਸਟਮਰ ਨੂੰ ਐਵੇਂ ਨਾ ਲੱਗੇ ਕਿ ਅਸੀਂ ਉਹਨਾਂ ਨਾਲ ਕੁਝ ਨਾਜਾਇਜ਼ ਕਰ ਰਹੇ। ਔਰ ਸੈਲੀਬ੍ਰਿਟੀਜ਼ ਜਿੰਨਿਆਂ ਨੇ ਵੀ ਅੱਜ ਤੱਕ ਫੋਨ ਕੀਤਾ, ਕਿਸੇ ਨੇ ਕਦੀ ਡਿਸਕਾਊਂਟ ਨਹੀਂ ਮੰਗਿਆ, ਕਦੀ ਵੀ ਨਹੀਂ। ਦੇ ਬਿਨ ਮਤਲਬ ਬਹੁਤ ਵਧੀਆ ਤਰ੍ਹਾਂ ਡੀਲ ਕੀਤਾ ਉਹਨਾਂ ਨੇ। ਜਦ ਕਹਿ ਦੋ ਭੇਜ ਦਾਂਗੇ ਕੇਕ ਲੈ ਲੈਂਦੇ ਨੇ। ਮਤਲਬ ਸਪੈਸੀਫਿਕਲੀ ਨਹੀਂ, ਇੱਕ ਐਵੇਂ ਹੋਇਆ ਸੀਗਾ ਕਿ ਅਸੀਂ ਬਹੁਤ ਬੁੱਕਡ ਸੀਗੇ, ਸਾਡੀ ਸਾਰੀ ਡਿਲੀਵਰੀ ਵੈਨਸ ਫੁੱਲ ਸੀਗੀਆਂ। ਬੰਟੀ ਬੈਂਸ ਹੈ ਜਿਹੜੇ, ਉਹ ਸਪੈਸ਼ਲੀ ਆਏ, ਉਹਨਾਂ ਨੇ ਇੱਕ ਕੇਕ ਕੀਤਾ ਸੀ ਸਿੱਧੂ ਮੂਸੇਵਾਲਾ ਦਾ ਆਰਡਰ, ਉਹਨਾਂ ਨੇ ਇੱਕ ਕੀਤਾ ਸੀ, ਇੱਕ ਕਿਸੇ ਹੋਰ ਨੇ ਕੀਤਾ ਸੀਗਾ, ਚੈਸ ਵਾਲਾ ਉਹਨਾਂ ਨੇ ਕੀਤਾ ਸੀਗਾ, ਉਹਦੀ ਵਾਈਫ ਨੇ ਬੁੱਕ ਕੀਤਾ ਸੀ ਮੇਰੇ ਕੋਲ। ਅਤੇ ਮੇਰੇ ਬੜੀ ਮੁਸ਼ਕਿਲ 'ਚ, ਮੈਂ ਕਿਹਾ ਮੇਰੇ ਕੋਲ ਹੈ ਨਹੀਂ ਜਗ੍ਹਾ, ਨਾ ਡਿਲੀਵਰੀ ਵੈਨ ਹੈ, ਇੰਨੀ ਬੁੱਕਡ ਹੈ ਮੈਂ। ਕਹਿੰਦੇ ਕੋਈ ਨਾ, ਕਹਿੰਦੇ ਅਸੀਂ 90 ਤੱਕ ਆਵਾਂਗੇ, ਕੇਕ ਆਪਣੇ ਆਪ ਲੈ ਕੇ ਜਾਵਾਂਗੇ ਅੱਗੇ। ਤਾਂ ਉਹ ਡਰਾਈਵ ਕਰਕੇ ਆਏ ਆਲ ਦਾ ਵੇ ਰਾਤ ਨੂੰ, ਕਿਉਂਕਿ ਲਾਸਟ ਮਿਨਟ ਕੇਕ ਸੀਗਾ, ਅਤੇ ਪਿਕ ਕਰਕੇ ਆਪ ਮਾਨਸਾ ਲੈ ਕੇ ਗਏ ਸੀਗੇ। ਕਿ ਇੰਨੇ ਸਵੀਟ ਵੀ ਲੋਕ ਹੈ। ਔਰ ਤੁਸੀਂ ਸੈਲੀਬ੍ਰਿਟੀ ਤਾਂ ਸਵੀਟ, ਮਤਲਬ ਅਫਕੋਰਸ ਇਹੀ ਆਪਾਂ ਡਿਸਕਵਰ ਕਰ ਰਹੇ ਹਾਂ ਕਿ ਹੁੰਦੇ ਹੈ, ਬਟ ਲੋਕ ਕਰ ਰਹੇ ਹੋ ਕਿ ਲੋਕ ਖੁਦ ਆ ਰਹੇ ਹੈ, ਉਹ ਵੀ ਸੈਲੀਬ੍ਰਿਟੀਜ਼ ਆ ਰਹੇ ਹੈ। ਲੋਕ ਇੰਨੇ ਸਵੀਟ ਹੁੰਦੇ ਆ ਕੁਛ, ਕਿ ਕੋਈ ਸਾਨੂੰ ਇਸ਼ੂ ਆ ਜਾਂਦਾ ਹੈ। ਸਾਡੇ ਬਹੁਤ ਸਾਰੇ ਕਸਟਮਰ, ਤੁਸੀਂ ਮੰਨੋਗੇ ਨਹੀਂ 99% ਸਾਡੇ ਕਸਟਮਰਸ ਹੈ,
ਕੋਈ ਪ੍ਰੋਬਲਮ ਆਉਂਦੀ ਹੈ ਨਾ ਸਾਡੀ, ਕਹਿੰਦੇ ਕੋਈ ਨਾ ਟੈਨਸ਼ਨ ਨਾ ਲਓ ਤੁਸੀਂ, ਇੰਨੇ ਸਵੀਟ ਹੁੰਦੇ। ਇੱਕ ਵਾਰ ਕੀ ਹੋਇਆ, ਸਾਡੇ ਕੋਲ ਹੈ ਨਾ ਟਾਈਮ ਸਟੋਰੀ ਦਾ ਇੱਕ ਛੋਟੀ ਜਿਹੀ। ਹਾਂਜੀ sure। ਇੱਕ ਵਾਰ ਕੀ ਹੋਇਆ, ਅਸੀਂ ਕੇਕਸ ਭੇਜ ਰਹੇ ਸੀਗੇ, ਪਟਿਆਲੇ ਵਾਲੀ ਡਿਲੀਵਰੀ ਹੋ ਗਈ, ਚੰਡੀਗੜ੍ਹ ਵਾਲੀ ਹੋ ਗਈ ਪਟਿਆਲੇ। ਇੱਧਰੋਂ ਮੈਨੂੰ ਔਰ ਮੈਂ ਭਾਜੜਾਂ ਮਚਾਈਆਂ। ਅਸੀਂ ਇੱਧਰ ਰੱਖ ਗਿਆ ਸੀ, ਚੰਡੀਗੜ੍ਹ ਵਾਲਾ ਕੇਕ ਡਰਾਈਵਰ ਸਾਡਾ ਪਟਿਆਲੇ ਰੱਖ ਗਿਆ, ਪਟਿਆਲੇ ਵਾਲਾ ਕੇਕ ਚੰਡੀਗੜ੍ਹ ਲੈ ਗਿਆ। ਜਦ ਚੰਡੀਗੜ੍ਹ ਪਹੁੰਚਿਆ, ਡੱਬਾ ਖੋਲ੍ਹਿਆ, ਉੱਥੇ ਜਾ ਕੇ ਪਤਾ ਚੱਲਿਆ ਜੀ ਉਹ ਕੇਕ ਤਾਂ ਮੈਂ ਪਟਿਆਲੇ ਰੱਖਾ ਆ। ਤੇ ਅਸੀਂ ਇੱਧਰੋਂ ਨਿਕਲੇ, ਹੱਫ ਰਹੀ ਹਾਂ, ਰੋਣ ਵਾਲੀ ਹਾਲਤ ਹੋ ਰੱਖੀ ਹੈ ਕਿ ਕਿਆ। ਉੱਥੇ ਉਹਦੀ ਪਾਰਟੀ ਸ਼ੁਰੂ ਹੋ ਗਈ, ਇੱਧਰੋਂ ਲੱਗਣੇ ਸੀਗੇ 2 ਘੰਟੇ। ਮੈਂ ਸੌਰੀ ਕਹਿ ਕੇ ਨਾ ਲੈ ਕੇ ਜਾ ਰਹੀ ਹਾਂ ਕੇਕ, ਅਤੇ ਇੰਨੀ ਤੇਜ਼ ਗੱਡੀ ਵੀ ਚਲਾ ਰਹੀ ਹਾਂ ਮੈਂ, ਕੇਕ ਵੀ ਉੱਥੇ ਪਿਆ ਹੈ। ਫਿਰ ਮੈਨੂੰ ਟਰਾਈ ਕਰਨਾ ਕਿ ਬੰਪ ਨਾ ਖਾਵੇ, ਕੇਕ ਨਾ ਡੈਮੇਜ ਹੋ ਜਾਵੇ, ਕਿਉਂਕਿ ਨੋਰਮਲ ਗੱਡੀ 'ਚ ਲੈ ਕੇ ਜਾ ਰਹੇ ਸੀ ਆਪਾਂ, ਡਿਲੀਵਰੀ ਵੈਨ 'ਚ ਤਾਂ ਲੈ ਕੇ ਨਹੀਂ ਜਾ ਰਹੇ ਸੀਗੇ। ਉੱਥੇ ਜਦ ਪਹੁੰਚੇ ਨਾ, ਉੱਥੇ ਤੋਂ ਥੋੜ੍ਹਾ ਜਿਹਾ ਉੱਪਰੋਂ ਨਾ ਕੇਕ ਕਰੈਕ ਹੋ ਗਿਆ। ਮੈਂ ਡਿਲੀਵਰ ਕਰ ਰਹੀ ਸੀਗੀ ਨਾ ਜਦ ਕੇਕ ਮੈਂ ਖੋਲ੍ਹਿਆ ਅਤੇ ਮੈਂ ਰੋਣ ਲੱਗ ਗਈ ਉੱਥੇ, ਕਿ ਮੇਰੇ ਹੰਝੂ ਬਹਿਣ ਲੱਗੇ, ਕਿਉਂਕਿ ਇੰਨੀ ਟੈਨਸ਼ਨ ਹੋ ਗਈ ਸੀਗੀ। ਅਤੇ ਮੈਨੂੰ ਸੀਗਾ ਕਿ ਜਿਨ੍ਹਾਂ ਨੇ ਔਡਰ ਪਲੇਸ ਕੀਤਾ ਸੀ ਇੰਨੇ ਸਵੀਟ ਸੀਗੇ, ਮੈਨੂੰ ਸੀਗਾ ਕਿ ਸਮਬਡੀ ਸੋ ਸਵੀਟ ਡਜ਼ ਨਾਟ ਡਿਜ਼ਰਵ ਅ ਬ੍ਰੋਕਨ ਕੇਕ। ਅਤੇ ਮੈਂ ਰੋਣ ਲੱਗ ਗਈ। ਤੁਸੀਂ ਮੰਨੋਗੇ ਨਹੀਂ, ਉਹਨਾਂ ਨੇ ਮੈਨੂੰ ਫੜ ਕੇ ਜੱਫੀ ਪਾ ਲਈ, ਕਹਿੰਦੇ ਕੋਈ ਨਾ ਕੇਕ ਹੀ ਤਾਂ ਹੈ, ਤੁਸੀਂ ਟੈਨਸ਼ਨ ਨਾ ਲਓ। ਮੈਂ ਕਿਹਾ ਮੈਂ ਪੈਸੇ ਨਹੀਂ ਲੈ ਸਕਦੀ। ਉਹਨਾਂ ਨੇ ਇਨਸਿਸਟ ਕੀਤਾ, ਮੇਰੇ ਨਾਲ ਧੱਕਾ ਕੀਤਾ, ਕਹਿੰਦੇ ਦੇਖੋ ਤੁਸੀਂ ਕੇਕ ਤਾਂ ਬਣਾਇਆ, ਪੈਸੇ ਤਾਂ ਲੈ ਕੇ ਜਾਓ। ਨਹੀਂ ਤਾਂ ਕਈ ਲੋਕ ਹੁੰਦੇ ਆ ਕਿ ਸਾਡਾ ਕੇਕ ਖਰਾਬ ਕਰ, ਸਾਡਾ ਓਕੇਸ਼ਨ ਖਰਾਬ ਹੋ ਗਿਆ। ਤੁਸੀਂ ਇਮੈਜਿਨ ਕਰੋ, ਮੈਂ ਉਹੀ ਕਹਿ ਰਹੀ, ਮੇਰੇ 99% ਕਸਟਮਰ ਆ ਜੱਫੀ ਵਾਲੇ ਆ। ਮਿਲੇ ਹੈ ਸਾਨੂੰ ਕਮਾਏ ਕੇਕ ਹਾਂ, ਨਹੀਂ ਬਟ ਕੇਕ ਖਰਾਬ ਵਾਲੇ ਵੀ ਮਿਲੇ ਨੇ, ਪਰ ਉਹ 100 ਵਿੱਚੋਂ ਇੱਕ ਹੈ। ਹਾਂ 100 ਚੋਂ ਇੱਕ ਜਣਾ ਹੁੰਦਾ ਜੋ ਮਤਲਬ ਫਿਰ ਰਾਣਾ ਕਢਾ ਦਿੰਦੇ ਨੇ। ਓ ਮਾਈ ਗੋਡ, ਉਹ ਲੋਕਾਂ ਨੂੰ ਹੈਂਡਲ ਕਰਨਾ ਬਹੁਤ ਮੁਸ਼ਕਿਲ ਹੈ। ਉਹ ਤਾਂ ਮਤਲਬ ਅਸੀਂ ਹੱਥ ਜੋੜ ਲਈਏ, ਅਸੀਂ ਸੌਰੀ ਕਰ ਲਈਏ, ਹੋ ਜਾਂਦੀ ਹੈ ਗਲਤੀ। ਪਤਾ ਫੂਡ ਦਾ ਬਿਜ਼ਨਸ ਹੈ, ਅਸੀਂ ਮਸ਼ੀਨੀ ਕੰਮ ਥੋੜੀ ਕਰ ਰਹੇ ਹਾਂ, ਹੱਥ ਨਾਲ ਬਣ ਰਿਹਾ, ਹੱਥ ਨਾਲ ਮਤਲਬ ਡਿਲੀਵਰ ਹੋ ਰਿਹਾ, ਇਹੋ ਜਿਹੀ ਨਾਜ਼ੁਕ ਚੀਜ਼ ਹੋ ਰਹੀ ਹੈ ਡਿਲੀਵਰ, ਕੁਛ ਨਾ ਕੁਛ ਇੱਧਰ ਉੱਧਰ ਹੋ ਜਾਂਦਾ ਹੈ। ਤੁਹਾਡਾ ਨਾਮ ਦੇ ਸਪੈਲਿੰਗ ਇੱਕ ਅੱਧੀ ਵਾਰ ਇੱਧਰ ਉੱਧਰ ਹੋ ਜਾਂਦੇ ਆ, ਵੀ ਅੰਡਰਸਟੈਂਡ। ਔਰ ਅਸੀਂ ਹੱਥ ਜੋੜ ਕੇ ਗਲਤੀ ਮੰਨ ਵੀ ਲੈਂਦੇ ਹਾਂ, ਫਿਰ ਕਿਆ ਹੁੰਦਾ ਮਨਪ੍ਰਿਆ। ਬਸ ਮੈਂ ਕਿਹਾ ਬਸ ਹੋ ਜਾਂਦੀ ਫਿਰ, ਜੇ ਨਹੀਂ ਜੇ ਕੋਈ ਮੰਨਣ ਵਾਲਾ। ਓਕੇ, ਤੇ ਆਡੀਅנס ਨੂੰ ਹੁਣ ਜਾਂਦੇ ਕੁਝ ਕਹਿਣਾ ਚਾਹੁੰਦੇ ਹੋ? ਨਵਨੀਤ ਕੁਝ ਕਹਿਣਾ ਚਾਹੁੰਦੀ ਹੈ? ਨਵਨੀਤ ਆਈ ਗੈਸ ਇਮੋਸ਼ਨਲ ਹੋ ਰਹੀ ਹੈ। ਨਹੀਂ ਹਾਲੇ ਨਹੀਂ, ਇੱਥੇ ਤੱਕ ਹੈ ਹੰਝੂ ਵਾਲੇ ਵੀ। ਮੈਂ ਇਹੀ ਕਹਿਣਾ ਚਾਹੂੰਗੀ ਕਿ ਅਸੀਂ ਸਾਰਿਆਂ ਨੂੰ ਇੱਕ ਥੋੜ੍ਹਾ ਜਿਹਾ ਛੋਟਾ ਜਿਹਾ ਕੁਛ ਵੀ ਐਡ ਕਰਨੀ ਚਾਹੀਦੀ ਹੈ ਵੈਲਿਊ, ਹਿਊਮੈਨਿਟੀ ਨੂੰ ਬੈਟਰ ਕਰਨ ਲਈ। ਅਸੀਂ ਆਪਣੇ ਹਿੱਸੇ ਦਾ ਕਰ ਰਹੇ ਹਾਂ, ਤੁਸੀਂ ਵੀ ਪਲੀਜ਼ ਆਪਣੇ ਹਿੱਸੇ ਦਾ ਕਰਿਓ। ਥੈਂਕ ਯੂ। ਅੱਜ ਅਸੀਂ ਗੱਲ ਕੀਤੀ ਮਨਪ੍ਰਿਆ ਤੇ ਨਵਨੀਤ ਦੇ ਨਾਲ, ਮੈਂ ਨਾਮ ਸਹੀ ਲਿਆ ਨਾ? ਬਿਲਕੁਲ ਸਹੀ ਹੈ। ਤੇ ਮਤਲਬ ਇਹ ਆਪਣਾ ਬਿਜ਼ਨਸ ਬਹੁਤ ਅੱਛਾ ਰਨ ਕਰ ਰਹੀ ਹੈ, ਨਾਲ ਕੁੜੀਆਂ ਨੂੰ ਵੀ ਮਤਲਬ ਬਹੁਤ ਮੋਟੀਵੇਸ਼ਨਲ ਕਰ ਰਹੀਆਂ ਨੇ। ਇਹਨਾਂ ਨੇ ਆਪਣੇ ਬਿਜ਼ਨਸ ਦੇ ਵਿੱਚ ਫਿਲਹਾਲ 30 ਕੁੜੀਆਂ ਕੰਮ ਕਰ ਰਹੀਆਂ, ਬਟ ਇਹਨਾਂ ਦਾ ਮੋਟਿਵ ਹੈ ਕਿ 200 ਕੁੜੀਆਂ ਹੋਰ ਐਡ ਆਨ ਕਰਨ, ਹੋਰ ਕੰਮ ਕਰਨ। ਸਿਰਫ ਇਸ ਯੂਨਿਟ 'ਚ ਇਹਨਾਂ ਨੇ ਹੋਰ ਵੀ ਬ੍ਰਾਂਚ ਬਹੁਤ ਖੋਲ੍ਹੀਆਂ, ਬਹੁਤ ਕੰਮ ਕਰਨਾ ਹੈ, ਬਹੁਤ ਨਾਮ ਬਣਾਉਣਾ ਹੈ। ਅਤੇ ਤੁਹਾਨੂੰ ਇਹਨਾਂ ਦੀ ਗੱਲਾਂ ਸੁਣ ਕੇ ਕਿਹੜੀ ਗੱਲ ਤੁਹਾਨੂੰ ਇਹਨਾਂ ਦੀ ਸਭ ਤੋਂ ਵਧੀਆ ਲੱਗੀ, ਉਹ ਕਮੈਂਟ ਸੈਕਸ਼ਨ 'ਚ ਜ਼ਰੂਰ ਸ਼ੇਅਰ ਕਰੋ, ਅਤੇ ਦੇਖਦੇ ਰਹੋ ਔਨ ਏਅਰ।